ਕੀ ਤੁਸੀਂ ਕਦੇ ਜੀਵਨ ਵਿੱਚ ਇੱਕ ਨਵੀਨਤਾ ਚਾਹੁੰਦੇ ਹੋ? ਕੀ ਤੁਸੀਂ ਇੱਕ ਨਵੀਂ ਸ਼ੁਰੂਆਤ ਦੀ ਭਾਵਨਾ ਚਾਹੁੰਦੇ ਹੋ? ਕੀ ਤੁਸੀਂ ਜਾਣਦੇ ਹੋ ਕਿ ਯੀਸ਼ੂ ਇਸ ਸਮੇਂ ਤੁਹਾਨੂੰ ਇਹ ਪੇਸ਼ਕਸ਼ ਕਰਦਾ ਹੈ? ਜੇ ਤੁਸੀਂ ਸੋਚ ਰਹੇ ਹੋ ਇਹ ਕਿਵੇਂ ਸੰਭਵ ਹੈ ਤਾਂ ਮੇਰੇ ਨਾਲ ਬਣੇ ਰਹੋ ਦੋਸਤੋ। ਮੇਰਾ ਨਾਮ ਕੈਰਨ ਉਤਮਨ ਹੈ ਅਤੇ ਇਹ ਬਾਈਬਲ ਦੀ ਭਵਿੱਖਬਾਣੀ ਨੂੰ ਅਨਲੌਕ ਕਰਨਾ ਹੈ। ਅੰਤਰਰਾਸ਼ਟਰੀ ਪੱਧਰ ਤੇ ਮਹਾਮਾਰੀ ਦਾ ਫੈਲਣਾ, ਕੋਰੋਨਾ ਵਾਇਰਸ ਤੇ ਬ੍ਰੇਕਿੰਗ ਨਿਊਜ਼, ਗਲੋਬਲ ਰਾਜਨੀਤੀ ਤੇ ਹੇਰ-ਫੇਰ, ਕੁਪ੍ਰਬੰਧਨ ਤੇ ਭ੍ਰਸ਼ਟਾਚਾਰ, ਕੁਦਰਤੀ ਆਫਤਾਵਾਂ ਤੇ ਤੇਜ਼ੀ ਨਾਲ ਵਧਣਾ, ਆਸਟ੍ਰੇਲੀਆ ਵਿੱਚ ਜੰਗਲ ਦੀ ਅੱਗ, ਦੁਨੀਆ ਭਰ ਵਿੱਚ ਇਹਨਾਂ ਦਾ ਚੇਤਾਵਨੀ। ਇਸ ਦਾ ਕੀ ਮਤਲਬ ਹੈ? ਇਸ ਦਾ ਕੀ ਭਵਿੱਖ ਹੈ? ਅੰਤਰਰਾਸ਼ਟਰੀ ਵਕਤਾ ਕੈਮਿਨ ਨਿਊਮਨ ਨਾਲ ਜੁੜੀ ਅਨਲੌਕਿੰਗ ਬਾਈਬਲ ਪ੍ਰੋਫੈਸੀਜ਼ ਤੇ ਆਪਣੇ ਸੰਸਾਰ ਭਰ ਦੀ ਯਾਤਰਾਵਾਂ ਦੇ ਦੌਰਾਨ ਜ਼ਿੰਦਗੀ ਦੇ ਸੱਚੇ ਸੰਘਰਸ਼ ਦਾ ਸਾਹਮਣਾ ਕੀਤਾ, ਪਰ ਇਹਨਾਂ ਦੇ ਵਿਚਕਾਰ ਉਮੀਦਾਂ ਦੇ ਚਮਤਕਾਰ ਨੂੰ ਖੋਜਿਆ। ਜੁੜੇ ਅੰਤਰਰਾਸ਼ਟਰੀ ਵਕਤਾ ਕੈਮਿਨ ਨਿਊਮਨ ਨਾਲ ਅਨਲੌਕਿੰਗ ਬਾਈਬਲ ਪ੍ਰੋਫੈਸੀਜ਼ ਤੇ, ਜਿਸ ਵਿੱਚ ਉਹ ਦੱਸਦੇ ਹਨ ਕਿਸ ਤਰ੍ਹਾਂ ਬਾਈਬਲ ਦੇ ਭਵਿੱਖਬਾਣੀਆਂ ਬੀਤੇ ਸਮੇਂ ਤੋਂ ਛੇਤੀ ਪੂਰੀਆਂ ਹੋ ਰਹੀਆਂ ਹਨ। ਕੀ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਅਸੀਂ 14 ਵਿੱਚੋਂ ਵਿਸ਼ਾ ਨੰਬਰ 13 ਤੇ ਅੱਜ ਆ ਚੁੱਕੇ ਹਾਂ ਬਾਈਬਲ ਦੀ ਭਵਿੱਖਬਾਣੀ ਨੂੰ ਅਨਲੌਕ ਕਰਨ ਤੇ। ਮੈਂ ਇਹ ਜਾਣਨਾ ਪਸੰਦ ਕਰਾਂਗੀ ਕਿ ਤੁਹਾਡੇ ਵਿੱਚੋਂ ਕਿੰਨੇ ਹੁਣ ਤੱਕ ਸਾਰੇ 13 ਸੈਸ਼ਨ ਨੂੰ ਵੇਖ ਚੁੱਕੇ ਹਨ। ਸਾਨੂੰ ਚੈਟ ਵਿੱਚ ਦੱਸੋ ਤੁਸੀਂ ਕਿੰਨੀਆਂ ਪੇਸ਼ਕਾਰੀਆਂ ਦੇਖੀਆਂ ਹਨ। ਸਾਡੇ ਲਈ ਇਹ ਦੇਖਣਾ ਬਹੁਤ ਮਜ਼ੇਦਾਰ ਹੋਵੇਗਾ। ਇਹ ਖਰਚ ਕਰਨਾ ਮਾਣ ਵਾਲੀ ਗੱਲ ਹੈ ਕਿ ਇਹ ਸ਼ਾਮਾਂ ਤੁਹਾਡੇ ਨਾਲ ਹਨ। ਕੱਲ੍ਹ ਦਾ ਪ੍ਰੋਗਰਾਮ ਭਵਿੱਖਬਾਣੀ ਦਾ ਇੱਕ ਰੋਮਾਂਚਕ ਅਧਿਐਨ ਸੀ। ਤੁਹਾਡੇ ਵਿੱਚੋਂ ਕਈਆਂ ਨੇ ਜ਼ਾਹਰ ਕੀਤਾ ਕਿ ਤੁਸੀਂ ਕਿੰਨੇ ਉਤਸ਼ਾਹਿਤ ਹੋ ਇਹ ਜਾਣਨ ਲਈ ਕਿ ਪਰਮੇਸ਼ਰ ਕੋਲ ਇੱਕ ਲੋਕ ਹਨ ਕਿ ਉਹ ਅੰਤ ਵਿੱਚ ਤਿਆਰੀ ਕਰ ਰਿਹਾ ਹੈ। ਉਹ ਛੇਤੀ ਹੀ ਸਾਨੂੰ ਬਚਾਉਣ ਲਈ ਆ ਰਿਹਾ ਹੈ ਅਤੇ ਸਾਨੂੰ ਸਦੀਵੀ ਲਈ ਸਵਰਗ ਵਿੱਚ ਲੈ ਕੇ ਜਾਏਗਾ। ਜੇ ਤੁਸੀਂ ਅਤੇ ਮੈਂ ਇਸ ਧਰਤੀ 'ਤੇ ਨਹੀਂ ਮਿਲਦੇ ਤਾਂ ਦੋਸਤ, ਮੈਂ ਤੁਹਾਨੂੰ ਮਿਲਣ ਦੀ ਉਤਸੁਕਤਾ ਦੀ ਉਡੀਕ ਕਰ ਰਹੀ ਹਾਂ ਪਵਿੱਤਰ ਸ਼ਹਿਰ ਦੇ ਅੰਦਰ ਸੋਨੇ ਦੀਆਂ ਗਲੀਆਂ ਵਿੱਚ। ਹੁਣ ਜੇ ਤੁਸੀਂ ਕਿਸੇ ਵੀ ਪ੍ਰੋਗਰਾਮ ਤੋਂ ਖੁੰਝ ਗਏ ਹੋ ਤਾਂ ਤੁਸੀਂ awr.org/bible 'ਤੇ ਜਾਓ ਅਤੇ ਪੂਰੀ ਲੜੀ ਦੇ ਪ੍ਰਸਿੱਧ ਇੱਕ ਸੰਗ੍ਰਹਿ ਦੇਖਣ ਦੇ ਲਈ, ਕਿਉਂਕਿ ਵਿਸ਼ੇ ਇੱਕ ਦੂਜੇ 'ਤੇ ਬਣਦੇ ਹਨ। ਕਿਰਪਾ ਕਰਕੇ ਉਹਨਾਂ ਨੂੰ ਕ੍ਰਮ ਵਿੱਚ ਦੇਖਣ ਦੀ ਕੋਸ਼ਿਸ਼ ਕਰਨਾ ਯਕੀਨੀ ਬਣਾਓ ਅਤੇ ਯਾਦ ਰੱਖੋ, ਸਾਡੇ ਕੋਲ ਸਮਰਪਿਤ ਟੀਮ ਹੈ। ਆਨਲਾਈਨ ਬਾਈਬਲ ਦੇ ਸਿੱਖਿਅਕ ਤੁਹਾਡੀ ਮਦਦ ਕਰਨ ਲਈ ਉਤਸੁਕ ਹਨ। ਤੁਹਾਡੇ ਕਿਸੇ ਵੀ ਸਵਾਲ ਦੇ ਜਵਾਬ ਦੇਣ ਲਈ ਸਾਡੇ ਨਾਲ ਕੰਟੈਕਟ ਕਰਨ ਲਈ ਲਿੰਕ ਤੇ ਹੇਠ ਦਿੱਤੇ ਕਲਿੱਕ ਕਰੋ। ਨਾਲ ਹੀ ਤੁਸੀਂ ਸਾਡੇ ਆਨਲਾਈਨ ਬਾਈਬਲ ਸਕੂਲ ਵਿੱਚ ਦਾਖਲਾ ਲੈ ਸਕਦੇ ਹੋ, ਜਿੱਥੇ ਲੱਖਾਂ ਲੋਕ ਵੱਧ ਗਏ ਹਨ ਇਹਨਾਂ ਪਾਠਾਂ ਨਾਲ ਅਧਿਆਤਮਿਕ ਤੌਰ ਦੇ ਉੱਤੇ। ਅਤੇ ਮੁਫਤ ਦਾਖਲਾ ਲੈਣ ਦੇ ਲਈ ਕਲਿੱਕ ਕਰੋ ਹੇਠ ਦਿੱਤੇ ਲਿੰਕ ਤੇ। ਅੱਜ ਰਾਤ ਅਸੀਂ ਨਵੇਂ ਜੀਵਨ ਤੇ ਨਜ਼ਰ ਮਾਰਾਂਗੇ, ਇੱਕ ਨਵੀਂ ਸ਼ੁਰੂਆਤ ਜੋ ਯਿਸੂ ਰਾਹੀਂ ਉਪਲਬਧ ਹੈ। ਜਦੋਂ ਮੈਂ ਪਹਿਲੀ ਵਾਰ ਐਡਵੈਂਟਿਸਟ ਵਰਲਡ ਰੇਡੀਓ ਵਿੱਚ ਸ਼ਾਮਿਲ ਹੋਈ ਤਾਂ ਮੈਂ ਹੈਰਾਨ ਸੀ ਅਤੇ 2 ਸਾਰੇ ਪਿੰਡਾਂ ਨੂੰ ਦੇਖਿਆ, ਜੰਗਲ ਪਹਾੜਾਂ ਰਾਹੀਂ 48 ਮੀਲ ਦੀ ਸੈਰ ਤਾਂ ਜੋ ਸਾਨੂੰ ਬਪਤਿਸਮੇ ਲਈ ਝਰਨੇ ਤੇ ਮਿਲ ਸਕਣਾ। ਕਿੰਨੀ ਸੁੰਦਰ ਘਟਨਾ ਹੈ। ਆਓ ਆਪਣੇ ਰੇਡੀਓ ਨਾਲ ਆਪਣੀ ਬਾਈਬਲਾਂ ਦਾ ਅਧਿਐਨ ਕਰ ਰਹੇ ਸਨ ਅਤੇ ਯਿਸੂ ਵਿੱਚ ਇੱਕ ਨਵੀਂ ਜ਼ਿੰਦਗੀ ਉਹ ਲੋਕ ਚਾਹੁੰਦੇ ਸਨ। ਕੋਈ ਨਵੀਂ ਸ਼ੁਰੂਆਤ ਕਿਹੋ ਜਿਹੀ ਲੱਗਦੀ ਹੈ? ਤੁਸੀਂ ਇੱਕ ਸਾਫ਼ ਸਲੇਟ ਦਾ ਤਜਰਬਾ ਕਿਵੇਂ ਕਰ ਸਕਦੇ ਹੋ? ਆਓ ਇਕੱਠਿਆਂ ਪ੍ਰਾਰਥਨਾ ਕਰੀਏ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਰਾਤ ਦੇ ਵਿਸ਼ੇ ਦੇ ਵਿੱਚ ਡੂੰਘੀਏ ਤੇ ਉਸਨੂੰ ਸਮਝੀਏ। ਸਵਰਗ ਪਿਤਾ ਪ੍ਰਭੂ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਤੁਹਾਡੇ ਸ਼ਬਦ ਪ੍ਰਦਾਨ ਕਰਨ ਦੇ ਲਈ, ਤਾਂ ਜੋ ਸਾਨੂੰ ਇੱਕ ਸਪਸ਼ਟ ਸਮਝ ਹੋਵੇ ਤੁਹਾਡੇ ਵਚਨ ਦੀ, ਜੋ ਕੁਝ ਤੁਸੀਂ ਸਾਡੇ ਕੋਲੋਂ ਚਾਹੁੰਦੇ ਹੋ। ਪ੍ਰਭੂ, ਸਾਨੂੰ ਡੂੰਘੀ ਸਮਝ ਬਣਾਉਣ ਦੇ ਵਿੱਚ ਮਦਦ ਕਰੋ ਅਤੇ ਅੱਜ ਰਾਤ ਤੁਹਾਡੇ ਨਾਲ ਪਿਆਰ ਵਿੱਚ ਹੋਰ ਡੂੰਘੇ ਅਸੀਂ ਹੋ ਜਾਈਏ, ਜਿਵੇਂ ਅਸੀਂ ਇਸ ਬਪਤਿਸਮੇ ਦੇ ਵਿਸ਼ੇ ਨੂੰ ਇਕੱਠੇ ਦੇਖਦੇ ਹਾਂ। ਰੱਬ ਯਿਸੂ ਦੇ ਕੀਮਤੀ ਨਾਮ ਦੇ ਵਿੱਚ, ਆਮੀਨ। ਜਦੋਂ ਅਸੀਂ ਆਪਣੇ ਆਦਰਸ਼ ਉਦਾਹਰਨ ਵੱਲ ਵੇਖਦੇ ਹਾਂ ਤਾਂ ਮੇਰੇ ਨਾਲ ਆਓ ਮੱਤੀ ਦੇ 3 ਅਧਿਆਇ ਦੇ ਵਿੱਚ ਜੋ ਕਿ ਪਾਇਆ ਜਾਂਦਾ ਹੈ, ਅਸੀਂ ਯਿਸੂ ਨੂੰ ਧੂੜ ਭਰੀ ਰਾਹ ਤੇ ਲੈ ਜਾਣ ਦੀ ਕਲਪਨਾ ਕਰ ਸਕਦੇ ਹਾਂ। ਪਹਿਲੀ ਵਾਰ ਯਹੂਨਾ ਨੇ ਬਪਤਿਸਮਾ ਦੀ ਗੱਲ ਇੱਥੇ ਕੀਤੀ, ਕੁਝ ਬੇਮਿਸਾਲ ਹੋਣ ਵਾਲਾ ਸੀ। ਯਿਸੂ ਨਾਜ਼ਰਤ ਤੋਂ ਯਰੀਹੋ ਦੀ ਨਦੀ ਵੱਲ ਵੱਧ ਜਾਂਦਾ ਹੈ। ਦਰਿਆ ਦੇ ਕੰਢੇ ਤੇ ਇੱਕ ਭੀੜ ਲੱਗੀ ਹੋਈ ਹੈ। ਯਹੂਨਾ 2 ਸ਼ਬਦਾਂ ਦੇ ਭੀੜ ਵਿਊ ਵਿੱਚ ਹਨ, ਪਛਤਾਵਾ ਕਰੋ ਅਤੇ ਬਪਤਿਸਮਾ ਕਰੋ, ਕਿਉਂਕਿ ਪਰਮੇਸ਼ਵਰ ਦਾ ਰਾਜ ਹੱਥ ਵਿੱਚ ਹੈ। ਜਿਵੇਂ ਕਿ ਯਹੂਨਾ ਆਪਣੇ ਗਰਜ ਦੇ ਪ੍ਰਵਚਨ ਦੇ ਵਿਚਕਾਰ ਹੈ, ਉਹ ਅਚਾਨਕ ਰੁਕ ਜਾਂਦਾ ਹੈ, ਇੱਕ ਪਲ ਲਈ ਚੁੱਪ ਹੈ। ਉਸ ਦੀਆਂ ਅੱਖਾਂ ਇੱਕ ਆਦਮੀ ਅਤੇ ਟਿਕ ਜਾਂਦੀਆਂ ਹਨ। ਉਸ ਨੂੰ ਕਦੇ ਵੀ ਅਜਿਹਾ ਪਵਿੱਤਰ ਚਰਿੱਤਰ ਨਹੀਂ ਸਮਝਿਆ ਗਿਆ। ਭੀੜ ਨੂੰ ਵਿਰਾਮ ਦਾ ਇੱਕ ਨੋਟਿਸ ਮਿਲਦਾ ਹੈ। ਯਹੂਨ ਕਿਸ ਵੱਲ ਵੇਖ ਰਿਹਾ ਹੈ? ਫੁਸਫੁਸਾਉਂਦਾ ਇੱਕ ਬੁਖਾਰ ਸੰਗਤ ਵਿੱਚ ਫੈਲ ਗਿਆ। ਉਹ ਆਦਮੀ ਕੌਣ ਹੈ? ਉਹ ਆਪਣੇ ਕਿੰਗਲੀ ਮਸੀਹ ਨੂੰ ਨਹੀਂ ਪਛਾਣਦੇ। ਹਾਲਾਂਕਿ ਯਹੂਨਾ ਨੇ ਉਸ ਨੂੰ ਪਹਿਲੇ ਕਦੀ ਨਹੀਂ ਸੀ ਵੇਖਿਆ, ਪਰ ਪਵਿੱਤਰ ਆਤਮਾ ਉਸ ਨੂੰ ਦੱਸਦੀ ਹੈ ਕਿ ਇਹ ਪਰਮੇਸ਼ਵਰ ਦਾ ਪੁੱਤਰ ਹੈ। ਯਿਸੂ ਦੀਆਂ ਅੱਖਾਂ ਯਹੂਨਾ ਦੀਆਂ ਅੱਖਾਂ ਨਾਲ ਮਿਲਦੀਆਂ ਹਨ ਅਤੇ ਬਪਤਿਸਮੇ ਦੀ ਬੇਨਤੀ ਕਰਦੀਆਂ ਹਨ।
ਪਰ ਯਹੂਨਾ ਉਸ ਨੂੰ ਇਸ ਤੋਂ ਬਾਹਰ ਕੱਢਣ ਦੀ ਜ਼ੋਰਦਾਰ ਕੋਸ਼ਿਸ਼ ਕਰਦਾ ਹੈ। ਮੈਂ ਹੀ ਹਾਂ ਜਿਸ ਨੂੰ ਤੁਹਾਡੇ ਨਾਲ ਬਪਤਿਸਮਾ ਲੈਣ ਦੀ ਲੋੜ ਹੈ, ਯਹੂਨਾ ਕਹਿੰਦਾ ਹੈ, ਤਾਂ ਤੁਸੀਂ ਮੇਰੇ ਕੋਲੋਂ ਕਿਉਂ ਆ ਰਹੇ ਹੋ? ਪਰ ਯੀਸ਼ੂ ਕਹਿੰਦਾ ਇਹ ਕਰਨਾ ਜ਼ਰੂਰੀ ਹੈ ਕਿਉਂਕਿ ਸਾਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਪਰਮੇਸ਼ਵਰ ਸਾਡੇ ਤੋਂ ਚਾਹੁੰਦਾ ਹੈ। ਇਸ ਲਈ ਯਹੂਨਾ ਉਸ ਦਾ ਬਪਤਿਸਮਾ ਦੇਣ ਦੇ ਲਈ ਸਹਿਮਤ ਹੋ ਗਿਆ। ਉਹ ਮੁਕਤੀਦਾਤਾ ਨੂੰ ਚਾੜ ਦਿੰਦਾ ਅਤੇ ਹੇਠਾਂ ਵੱਲ ਲੈ ਜਾਂਦਾ ਹੈ ਯਰੀਹੋ ਦੇ ਪਾਣੀ ਦੇ ਵਿੱਚ। ਜਿਵੇਂ ਹੀ ਦੋਵੇਂ ਆਦਮੀ ਪਾਣੀ ਵਿੱਚ ਖੜੇ ਹੋਣ, ਅਸੀਂ ਯਹੂਨਾ ਨੂੰ ਯੀਸ਼ੂ ਦੀ ਪਿੱਠ ਤੇ ਇੱਕ ਹੱਥ ਰੱਖਦੇ ਹੋਏ ਤਸਵੀਰ ਦੇਖ ਸਕਦੇ ਹਾਂ ਅਤੇ ਆਪਣਾ ਦੂਜਾ ਹੱਥ ਸਵਰਗ ਵੱਲ ਉੱਪਰ ਚੁੱਕ ਰਿਹਾ ਸੀ। ਭੀੜ ਹੈਰਾਨ ਹੈ ਅਤੇ ਯੀਸ਼ੂ ਪਾਣੀ ਦੇ ਹੇਠ ਡੁੱਬ ਗਿਆ ਸੀ। ਜਿਵੇਂ ਹੀ ਯੀਸ਼ੂ ਪਾਣੀ ਤੋਂ ਬਾਹਰ ਆਉਂਦਾ ਹੈ, ਉਸ ਦੇ ਸਾਹਮਣੇ ਇੱਕ ਨਵਾਂ ਅਤੇ ਮਹੱਤਵਪੂਰਨ ਦੌਰ ਖੁੱਲ੍ਹ ਗਿਆ ਸੀ। ਹੁਣ ਉਹ ਇੱਕ ਵਿਆਪਕ ਮੰਚ ਤੇ ਹੈ। ਉਹਨਾਂ ਦਾ ਮੰਤਰਾਲਾ ਸ਼ੁਰੂ ਹੋ ਗਿਆ। ਉਹ ਜਾਣਦਾ ਹੈ ਕਿ ਉਸਨੇ ਉਸਦੇ ਜੀਵਨ ਦੇ ਟਕਰਾਅ ਵਿੱਚ ਪ੍ਰਵੇਸ਼ ਕਰ ਲਿਆ ਹੈ। ਉਹ ਉਸ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈ। ਉਸਦੇ ਕੱਪੜੇ ਤੋਂ ਪਾਣੀ ਦੀ ਧਾਰਾ ਦੇ ਨਾਲ ਮਿੱਟੀ ਵਿੱਚ ਛੋਟੇ ਛੋਟੇ ਚਿੱਕੜ ਦੇ ਤਲਾਬ ਬਣਾਉਂਦੇ ਸਨ। ਉਦੋਂ ਹੀ ਅਸਮਾਨ ਖੁੱਲ ਗਿਆ ਅਤੇ ਯਹੂਨਾ ਪਰਮੇਸ਼ਰ ਦੇ ਆਤਮਾ ਨੂੰ ਦੇਖਦਾ ਹੈ ਕਬੂਤਰ ਵਾਂਗ ਉਤਰਦੇ ਹੋਏ ਯੀਸ਼ੂ ਦੇ ਉੱਤੇ। ਲੋਕ ਮਸੀਹ ਵੱਲ ਦੇਖਦੇ ਹਨ ਤੇ ਚੁੱਪ ਹੋ ਜਾਂਦੇ ਹਨ। ਉਸਦਾ ਰੂਪ ਪ੍ਰਕਾਸ਼ ਵਿੱਚ ਨਹਾ ਗਿਆ ਸੀ। ਉਸਦਾ ਚਿਹਰਾ ਬਹੁਤ ਹੀ ਸ਼ਾਨਦਾਰ ਹੈ, ਜਿਵੇਂ ਕਿ ਉਹਨਾਂ ਨੇ ਪਹਿਲਾਂ ਕਦੇ ਵੀ ਨਹੀਂ ਸੀ ਵੇਖਿਆ। ਅਤੇ ਅਚਾਨਕ ਸਵਰ ਦੇ ਵਿੱਚੋਂ ਇੱਕ ਆਵਾਜ਼ ਸੁਣਾਈ ਦਿੰਦੀ ਹੈ, ਇਹ ਮੇਰਾ ਪ੍ਰਿਯ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਖੁਸ਼ ਹਾਂ। ਯਹੂਨਾ ਦੇ ਅਧਿਆਇ ਵਿੱਚ ਅਸੀਂ ਵੇਖਦੇ ਹਾਂ ਕਿ ਯਹੂਨਾ ਬਪਤਿਸਮਾ ਦੇਣ ਵਾਲਾ ਇੰਨੀ ਡੂੰਘੀ ਹਿੱਲੀ ਹੋਈ ਹੱਥ ਦੇ ਨਾਲ ਉਹ ਯੀਸ਼ੂ ਵੱਲ ਇਸ਼ਾਰਾ ਕਰਦਾ ਹੈ, ਦੇਖੋ ਜਿਸ ਨੂੰ ਅਸੀਂ ਲੱਭ ਰਹੇ ਹਾਂ ਉਹ ਸਾਡੇ ਵਿਚਕਾਰ ਹੈ, ਰੱਬ ਦਾ ਮੇਮਨਾ ਜੋ ਸੰਸਾਰ ਦੇ ਪਾਪਾਂ ਨੂੰ ਧੋ ਦਿੰਦਾ ਹੈ। ਦੋਸਤ, ਸਾਡੇ ਅਤੇ ਮੇਰੇ ਲਈ ਇਹ ਅਸੰਭਵ ਹੈ ਪੂਰੀ ਤਰ੍ਹਾਂ ਸਮਝਣਾ ਜਾਂ ਸ਼ਲਾਘਾ ਕਰਨਾ, ਜਿਸ ਦਾ ਐਲਾਨ ਉਸ ਵਕਤ ਤੀਬਰ ਅਤੇ ਬਿਜਲੀ ਪ੍ਰਭਾਵ ਦੇ ਨਾਲ ਹੋਇਆ। ਹਜ਼ਾਰਾਂ ਸਾਲਾਂ ਤੋਂ ਮਨੁੱਖ ਆਪਣੇ ਮੁਕਤੀਦਾਤਾ ਦੀ ਉਡੀਕ ਕਰ ਰਿਹਾ ਹੈ। ਇਜ਼ਰਾਈਲ ਰੋਮ ਦੇ ਸਖਤ ਜ਼ੁਲਮ ਹੇਠ ਰਹਿ ਰਿਹਾ ਸੀ ਅਤੇ ਉਹ ਮਸੀਹਾ ਦੀ ਲਾਲਸਾ ਕਰ ਰਹੇ ਸਨ। ਅਤੇ ਹੁਣ ਅਚਾਨਕ ਯੁੱਗਾਂ ਦੀ ਇੱਛਾ, ਸਾਰੇ ਦੇਸ਼ਾਂ ਦੀ ਉਮੀਦ ਉਹਨਾਂ ਦੇ ਵਿਚਕਾਰ ਖੜੀ ਹੈ। ਬਪਤਿਸਮਾ ਈਸਾਈ ਜੀਵਨ ਦਾ ਇੱਕ ਅਹਿਮ ਅੰਗ ਹੈ। ਯੀਸ਼ੂ ਨੂੰ ਨਾ ਸਿਰਫ ਸਾਡੇ ਲਈ ਇੱਕ ਉਦਾਹਰਨ ਵਜੋਂ ਬਪਤਿਸਮਾ ਦਿੱਤਾ ਗਿਆ, ਪਰ ਉਸਨੇ ਇਸ ਨੂੰ ਬਪਤਿਸਮੇ ਦੇਣ ਦੀ ਪੁਰਜ਼ੋਰ ਸਲਾਹ ਵੀ ਦਿੱਤੀ। ਬਪਤਿਸਮਾ ਸਾਡੀ ਇੱਛਾ ਦਾ ਪ੍ਰਤੀਕ ਹੈ। ਯੀਸ਼ੂ ਦੇ ਸ਼ੁਭ ਸਮਾਚਾਰ ਨੂੰ ਸਵੀਕਾਰ ਕਰਨਾ ਇਹ ਇੱਕ ਸੁਚੇਤ ਫੈਸਲਾ ਅਤੇ ਘੋਸ਼ਣਾ ਹੈ। ਅਸੀਂ ਦੇਖਾਂਗੇ ਕਿ ਬਪਤਿਸਮਾ ਇੱਕ ਪ੍ਰਤੀਕਾਤਮਕ ਕਾਰਵਾਈ ਹੈ ਕਿ ਇਸ ਨੂੰ ਬਾਈਬਲ ਵਿੱਚ ਪੂਰੀ ਤਰ੍ਹਾਂ ਦੱਸਿਆ ਗਿਆ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਦੀ ਮਹੱਤਤਾ ਬਾਰੇ ਗਲਤ ਫਹਿਮੀਆਂ ਹਨ ਅਤੇ ਬਹੁਤ ਇਸ ਬਾਰੇ ਕਿਸੇ ਉਲਝਣ ਵਿੱਚ ਹਨ ਕਿ ਇਹ ਮੁਕਤੀ ਲਈ ਜ਼ਰੂਰੀ ਹੈ। ਤਾਂ ਸਾਨੂੰ ਬਪਤਿਸਮੇ ਦੀ ਲੋੜ ਕਿਉਂ ਹੈ ਤੇ ਇਸ ਦਾ ਮਤਲਬ ਕੀ ਹੈ? ਆਓ ਬਾਈਬਲ ਵਿੱਚ ਕੁਝ ਮਹੱਤਵਪੂਰਨ ਵਚਨਾਂ ਵੱਲ ਦੇਖੀਏ। ਬਪਤਿਸਮੇ ਦੀ ਲੋੜ ਨੂੰ ਰੇਖਾਂਕਿਤ ਕਰਨ ਲਈ ਅਤੇ ਇਸ ਵਾਸਤੇ ਤਿਆਰੀ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਅਸੀਂ ਆਪਣੀ ਵਫਾਦਾਰੀ ਦਾ ਪ੍ਰਦਰਸ਼ਨ ਕਿਵੇਂ ਕਰ ਸਕਦੇ ਹਾਂ? ਬਪਤਿਸਮਾ ਵਿੱਚ ਮਸੀਹ ਦੀ ਉਦਾਹਰਨ ਦਾ ਅਨੁਸਰਨ ਕਰਕੇ ਪਰਮੇਸ਼ਵਰ ਸਾਡੇ ਵਿੱਚੋਂ ਹਰੇਕ ਨੂੰ ਜਨਤਕ ਖੜੇ ਰਹਿਣ ਲਈ ਕਹਿੰਦਾ ਹੈ। ਪਰਮੇਸ਼ਵਰ ਦੇ ਵਚਨ ਦੀ ਸੱਚਾਈਆਂ ਸਾਨੂੰ ਕੁਝ ਨਾ ਕੁਝ ਦੇ ਦਿੰਦੀਆਂ ਹਨ। ਇਸ ਲੜੀ ਵਾਸਤੇ ਸਾਡਾ ਅੱਜ ਵਿਸ਼ੇ ਹੈ, ਜੇ ਬਾਈਬਲ ਵਿੱਚ ਹੈ ਤਾਂ ਮੇਰਾ ਵਿਸ਼ਵਾਸ ਹੈ, ਅਤੇ ਜੇ ਬਾਈਬਲ ਇਸ ਨਾਲ ਅਸਹਿਮਤ ਹੈ ਤਾਂ ਇਹ ਮੇਰੇ ਲਈ ਨਹੀਂ ਹੈ। ਕਈ ਵਾਰ ਅਸੀਂ ਸਾਰੇ ਇੱਛਾ ਕਰਦੇ ਹਾਂ ਕਿ ਅਸੀਂ ਹੁਣੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦੇ ਹਾਂ। ਇੱਕ ਸਾਫ਼ ਰਿਕਾਰਡ ਦ ਬੁੱਕ ਆਫ ਪਰਡੇਸ ਵਾਰ ਹਵਾਲਾ ਦਿੰਦਾ ਹੈ ਇਸ ਮੌਕੇ ਲਈ। ਇੱਕ ਸਲੋਕ 5 ਦਾ ਪ੍ਰਗਟਾਵਾ, ਉਸ ਨੂੰ ਜੋ ਸਾਨੂੰ ਪਿਆਰ ਕਰਦਾ ਸੀ ਅਤੇ ਸਾਡੇ ਪਾਪਾਂ ਤੋਂ ਧੋਤਾ ਜਾਂਦਾ ਸੀ, ਉਸਦੇ ਆਪਣੇ ਖੂਨ ਵਿੱਚ ਸਾਨੂੰ ਦੱਸਦਾ ਹੈ ਕਿ ਯੀਸ਼ੂ ਸਾਡੇ ਜੀਵਨ ਵਿੱਚੋਂ ਬੁਰਾਈ ਨੂੰ ਧੋ ਦਿੰਦਾ ਹੈ ਤਾਂ ਜੋ ਅਸੀਂ ਨਵੀਂ ਸ਼ੁਰੂਆਤ ਕਰ ਸਕੀਏ। ਪ੍ਰਕਾਸ਼ਨ 3:8, ਮੈਂ ਤੁਹਾਡੇ ਕੰਮਾਂ ਨੂੰ ਜਾਣਦਾ ਹਾਂ, ਦੇਖੋ ਮੈਂ ਤੁਹਾਡੇ ਸਾਹਮਣੇ ਖੁੱਲ੍ਹਾ ਦਰਵਾਜ਼ਾ ਖੋਲ੍ਹ ਦਿੱਤਾ ਹੈ। ਯੀਸ਼ੂ ਸਾਡੇ ਸਾਹਮਣੇ ਇੱਕ ਨਵੇਂ ਜੀਵਨ ਲਈ ਖੁੱਲ੍ਹਾ ਦਰਵਾਜ਼ਾ ਖੋਲ੍ਹਦਾ ਹੈ। ਉੱਥੇ ਲਿਖਿਆ ਗਿਆ ਹੈ ਕਿ ਇੱਕ ਅਦਭੁਤ ਪਿਆਰ ਦੇ ਵਾਸਤੇ ਉਸ ਦਾ ਖੁਲਾਸਾ ਹੁੰਦਾ ਹੈ ਜੋ ਸਾਡੀ ਵਫਾਦਾਰੀ ਨੂੰ ਕਦੇ ਵੀ ਮਜਬੂਰ ਨਹੀਂ ਕਰਦਾ ਤਾਂ ਜਾਂ ਸਾਡੀ ਇੱਛਾ ਨੂੰ ਦਬਾ ਦਿੰਦਾ ਹੈ। ਸਾਰੀ ਕਿਤਾਬ ਪ੍ਰਕਾਸ਼ਨ ਦੀ ਉਸ ਦੌਰਾਨ ਉਹ ਸਾਨੂੰ ਆਜ਼ਾਦੀ ਨਾਲ ਆਉਣ ਦਾ ਸੱਦਾ ਦਿੰਦਾ ਹੈ। 22:17 ਵਿੱਚ ਪ੍ਰਕਾਸ਼ਨ ਦੇ ਇਸ ਤਰ੍ਹਾਂ ਲਿਖਿਆ, ਜੋ ਚਾਹੇ ਉਸ ਨੂੰ ਜੀਵਨ ਦਾ ਪਾਣੀ ਆਜ਼ਾਦ ਲੈਣ ਦਿਓ। ਯੀਸ਼ੂ ਦੀ ਤਸਵੀਰ ਮੇਮਨੇ ਵਜੋਂ ਪ੍ਰਕਾਸ਼ਨ ਦੇ ਵਿੱਚ ਜੋ ਸਾਡੀ ਅੰਤਿਮ ਆਜ਼ਾਦੀ ਹਾਸਲ ਕਰਨ ਲਈ ਮਰ ਜਾਂਦਾ ਹੈ ਦਿਖਾਈ ਗਈ ਹੈ। ਪਰਮੇਸ਼ਵਰ ਲੋਕਾਂ ਨੂੰ ਉਸਦੇ ਪ੍ਰਤੀ ਵਫਾਦਾਰ ਹੋਣ ਲਈ ਕਹਿ ਰਿਹਾ ਹੈ। ਉਹ ਉਹਨਾਂ ਨੂੰ ਪਿਆਰ ਨਾਲ ਹੁਕਮ ਨੂੰ ਨਿਭਾਉਣ ਲਈ ਬੁਲਾ ਰਿਹਾ ਹੈ। ਯੀਸ਼ੂ ਉਹਨਾਂ ਨੂੰ ਜਨਤਕ ਤੌਰ ਤੇ ਸਵੀਕਾਰ ਕਰਨ ਲਈ ਸੱਦਾ ਦਿੰਦਾ ਹੈ ਅਤੇ ਉਹਨਾਂ ਦੀ ਵਫਾਦਾਰੀ ਦਾ ਐਲਾਨ ਕਰ ਤਾਂ ਜੋ ਉਸ ਪ੍ਰਤੀ ਆਪਣੀ ਵਫਾਦਾਰੀ ਦਾ ਐਲਾਨ ਕਰ ਸਕਣ।
ਹੁਣ ਅਸੀਂ ਸਟੈਂਡ ਕਿਵੇਂ ਲੈ ਸਕਦੇ ਹਾਂ? ਪ੍ਰਕਾਸ਼ਨ ਸਾਨੂੰ ਸਹੀ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ। ਯੀਸ਼ੂ ਨੇ ਮੱਤੀ 28 ਦੀ 19 ਤੇ 20 ਵਿੱਚ ਆਪਣੇ ਚੇਲਿਆਂ ਨੂੰ ਹਦਾਇਤ ਦਿੱਤੀ, ਇਸ ਲਈ ਜਾਓ ਅਤੇ ਸਾਰੇ ਰਾਸ਼ਟਰ ਦੇ ਚੇਲੇ ਬਣਾਓ, ਪਿਤਾ ਦੇ ਨਾਂ ਤੇ ਉਹਨਾਂ ਨੂੰ ਬਪਤਿਸਮਾ ਦਿਓ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ, ਅਤੇ ਉਹਨਾਂ ਨੂੰ ਸਾਰੀ ਚੀਜ਼ਾਂ ਦੀ ਪਾਲਣਾ ਕਰਨਾ ਸਿਖਾਓ ਜੋ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਅਤੇ ਲਓ, ਮੈਂ ਹਮੇਸ਼ਾ ਤੁਹਾਡੇ ਨਾਲ ਹਾਂ, ਉਮਰ ਦੇ ਅੰਤ ਤੱਕ ਵੀ। ਆਮੀਨ। ਜਦੋਂ ਸਾਨੂੰ ਬਪਤਿਸਮਾ ਦਿੱਤਾ ਜਾਂਦਾ ਹੈ ਤਾਂ ਅਸੀਂ ਆਪਣੀ ਵਫਾਦਾਰੀ ਦਾ ਐਲਾਨ ਕਰਦੇ ਹਾਂ, ਜਨਤਕ ਸਟੈਂਡ ਲੈ ਕੇ ਇਹ ਦਿਖਾ ਕੇ ਕਿ ਅਸੀਂ ਕਿਸ ਦੇ ਪੱਖ ਦੇ ਵਿੱਚ ਹਾਂ। ਫਿਰ ਵੀ ਬਹੁਤ ਸਾਰੇ ਈਸਾਈ ਇਸ ਭਾਰੇ ਬੰਬਲਬੂਸੇ ਵਿੱਚ ਹਨ, ਮੂਲ ਬਾਈਬਲ ਆਡੀਅנס ਦੀ ਤਰ੍ਹਾਂ। ਕਿੰਨੀਆਂ ਕਿਸਮਾਂ ਦਾ ਬਪਤਿਸਮਾ ਹੈ। ਕੁਝ ਚਰਚ ਬੱਚਿਆਂ ਨੂੰ ਛਿੜਕਦੇ ਹਨ, ਹੋਰ ਬੱਚੇ ਜਾਂ ਛੋਟੇ ਬੱਚੇ ਸਿਰਾਂ ਤੇ ਪਾਣੀ ਪਾਉਂਦੇ ਹਨ, ਅਤੇ ਇੱਕ ਧਰਮ ਜੈਤੂਨ ਦੇ ਤੇਲ ਦਾ ਬਪਤਿਸਮਾ ਕਰਦੇ ਹਨ। ਮੈਂ ਇੱਕ ਚਰਚ ਬਾਰੇ ਪੜ੍ਹਿਆ ਜਿਸਨੇ ਗੁਲਾਬ ਦੀ ਪੰਖੜੀਆਂ ਛਿੜਕੀਆਂ ਇਸਦੇ ਨੌਜਵਾਨਾਂ ਦੇ ਸਿਰਾਂ ਦੇ ਉੱਤੇ, ਉਹਨਾਂ ਨੂੰ ਬਪਤਿਸਮਾ ਦੇਣ ਦਾ ਐਲਾਨ ਕਰਦਿਆਂ ਕਿ ਉਹਨਾਂ ਨੂੰ ਬਪਤਿਸਮਾ ਦਿੱਤਾ ਗਿਆ ਹੈ। ਇੱਕ ਪਾਦਰੀ ਨੇ ਆਪਣੇ ਨੌਜਵਾਨਾਂ ਨੂੰ ਪਹਾੜਾਂ ਵਿੱਚ ਲੈ ਗਿਆ ਅਤੇ ਅਖੌਤੀ ਨੇ ਉਹਨਾਂ ਨੂੰ ਬਰਫ਼ ਵਿੱਚ ਲੇਟ ਕੇ ਉਹਨਾਂ ਨੂੰ ਬਪਤਿਸਮਾ ਦਿੱਤਾ ਅਤੇ ਉਹਨਾਂ ਨੂੰ ਇਸ ਨਾਲ ਕਿਹਾ ਕਿ ਇਸ ਨੂੰ ਢੱਕ ਕੇ ਰੱਖੋ। ਜਦ ਤੱਕ ਇਸ ਵਿਧੀ ਬਾਰੇ ਸਵਾਲ ਕੀਤਾ ਗਿਆ ਤਾਂ ਉਸਨੇ ਕਿਹਾ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਪਾਣੀ ਤਰਲ ਹੈ ਜਾਂ ਠੋਸ। ਕੀ ਇਹ ਪਾਦਰੀ ਸਹੀ ਸੀ? ਬਾਈਬਲ ਐਲਾਨ ਕਰਦੀ ਹੈ ਕਿ ਕੇਵਲ ਬਪਤਿਸਮੇ ਦਾ ਇੱਕ ਸੱਚਾ ਤਰੀਕਾ ਹੈ। ਇਹ ਸਪਸ਼ਟ ਤੌਰ ਤੇ ਕਹਿੰਦਾ ਹੈ, ਫੀਸਿਓਂ ਦੀ 4:5 ਦੇ ਵਿੱਚ ਦੇਖਦੇ ਹਾਂ, ਇੱਕ ਪ੍ਰਭੂ, ਇੱਕ ਮਤ, ਇੱਕ ਬਪਤਿਸਮਾ। ਜੇ ਅਸੀਂ ਉਸਦੇ ਵਚਨ ਵਿੱਚ ਰੱਬ ਨੂੰ ਲੈ ਕੇ ਜਾਂਦੇ ਹਾਂ ਤਾਂ ਫਿਰ ਕੇਵਲ ਇੱਕ ਹੀ ਬਾਈਬਲ ਵਿਧੀ ਹੈ ਇਸ ਬਪਤਿਸਮੇ ਦੀ। ਕੀ ਤੁਸੀਂ ਮੇਰੇ ਨਾਲ ਸਹਿਮਤ ਨਹੀਂ? ਜੋ ਕਿ ਜਾਣਨ ਦਾ ਸਭ ਤੋਂ ਵਧੀਆ ਤਰੀਕਾ ਹੈ। ਬਪਤਿਸਮੇ ਦਾ ਅਸਲ ਤਰੀਕਾ ਹੈ ਬਾਈਬਲ ਵਿੱਚੋਂ ਸਾਨੂੰ ਇਸ ਬਾਰੇ ਪੜ੍ਹਨਾ। ਜੇ ਸਾਨੂੰ ਉਸ ਤਰ੍ਹਾਂ ਬਪਤਿਸਮਾ ਦਿੱਤਾ ਜਾਵੇ ਜਿਵੇਂ ਯੀਸ਼ੂ ਸੀ, ਅਸੀਂ ਨਿਸ਼ਚਿਤ ਤੌਰ ਤੇ ਗਲਤ ਨਹੀਂ ਹੋ ਸਕਦੇ। ਇੱਕ ਸਲੋਕ 9 ਦੀ ਨਿਸ਼ਾਨਦੇਹੀ ਕਰੋ। ਇਹ ਉਹਨਾਂ ਦਿਨਾਂ ਵਿੱਚ ਹੋ ਗਿਆ ਕਿ ਯੀਸ਼ੂ ਗਲੀਲ ਦੇ ਨਾਜ਼ਰਤ ਤੋਂ ਆਇਆ ਅਤੇ ਯਰੀਹੋ ਵਿੱਚ ਯਹੂਨਾ ਦੁਆਰਾ ਬਪਤਿਸਮਾ ਉਸ ਨੂੰ ਦਿੱਤਾ ਗਿਆ। ਮੱਤੀ 3:16 ਤੇ 17। ਜਦੋਂ ਉਸ ਨੂੰ ਬਪਤਿਸਮਾ ਦਿੱਤਾ ਗਿਆ ਸੀ ਤਾਂ ਯੀਸ਼ੂ ਪਾਣੀ ਤੋਂ ਤੁਰੰਤ ਬਾਹਰ ਆ ਗਿਆ, ਅਤੇ ਦੇਖੋ ਆਕਾਸ਼ ਉਸ ਲਈ ਖੁੱਲ ਗਏ ਸਨ। ਉਸਦੇ ਪਰਮੇਸ਼ਰ ਦੇ ਆਤਮਾ ਕਬੂਤਰ ਵਾਂਗ ਉਸਦੇ ਉਤਰਦੇ ਹੋਏ ਵੇਖਿਆ, ਅਤੇ ਜੋ ਕਿ ਉਸਨੂੰ ਰੋਸ਼ਨ ਕਰ ਰਿਹਾ ਸੀ। ਅਤੇ ਅਚਾਨਕ ਇੱਕ ਆਵਾਜ਼ ਸਵਰਗ ਤੋਂ ਆਈ, ਇਹ ਕਹਿੰਦਿਆਂ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਖੁਸ਼ ਹਾਂ। ਜਦੋਂ ਮਸੀਹ ਦਾ ਬਪਤਿਸਮਾ ਦਿੱਤਾ ਗਿਆ ਤਾਂ ਉਹ ਪਾਣੀ ਵਿੱਚ ਚਲਾ ਗਿਆ ਸੀ ਅਤੇ ਪਾਣੀ ਵਿੱਚੋਂ ਬਾਹਰ ਆਇਆ। ਯੀਸ਼ੂ ਦਾ ਬਪਤਿਸਮਾ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਕੇ ਉਸਦੀ ਜ਼ਿੰਦਗੀ ਦੀ ਇੱਕ ਮਹੱਤਵਪੂਰਨ ਘਟਨਾ ਸੀ। ਇਹ ਤੁਹਾਡਾ ਬਪਤਿਸਮਾ ਤੁਹਾਡੇ ਜੀਵਨ ਵਿੱਚ ਇੱਕ ਮਹੱਤਵਪੂਰਨ ਘਟਨਾ ਹੋਵੇਗੀ। ਦੋ ਚੀਜ਼ਾਂ ਵਿਸ਼ੇਸ਼ ਹਨ ਜੋ ਕਿ ਈਸਾ ਮਸੀਹ ਨਾਲ ਉਸਦੇ ਬਪਤਿਸਮੇ ਵਿੱਚ ਵਾਪਰਿਆ ਸੀ। ਪਹਿਲਾ, ਪਵਿੱਤਰ ਆਤਮਾ ਯੀਸ਼ੂ ਦੇ ਉੱਪਰ ਉਤਰਦਾ ਹੈ ਉਸਨੂੰ ਅਲੌਕਿਕ ਅਧਿਆਤਮਕ ਸ਼ਕਤੀ ਦੇਣ ਦੇ ਲਈ, ਤਾਂ ਜੋ ਬੁਰਾਈ ਦੇ ਲਾਲਚਾਂ ਦਾ ਸਾਹਮਣਾ ਉਹ ਕਰ ਸਕੇ। ਬਾਈਬਲ ਵਾਅਦਾ ਕਰਦੀ ਹੈ ਕਿ ਜੋ ਸਾਨੂੰ ਬਪਤਿਸਮਾ ਦਿੱਤਾ ਜਾਂਦਾ ਹੈ ਸਾਨੂੰ ਵੀ ਅਧਿਆਤਮਿਕ ਸ਼ਕਤੀ ਮਿਲੇਗੀ, ਉਹੀ ਅਧਿਆਤਮਿਕ ਮਦਦ ਜੋ ਯੀਸ਼ੂ ਨੂੰ ਮਿਲੀ। ਕੀ ਤੁਸੀਂ ਆਪਣੇ ਜੀਵਨ ਵਿੱਚ ਇੱਕ ਅਧਿਆਤਮਿਕ ਸ਼ਕਤੀ ਦੀ ਇੱਛਾ ਨਹੀਂ ਕਰਦੇ ਦੋਸਤੋ? ਇਹ ਯੀਸ਼ੂ ਦੇ ਹੱਥ ਆਇਆ ਅਤੇ ਸਾਨੂੰ ਵੀ ਦਿੱਤਾ ਜਾਵੇਗਾ। ਉਸਨੂੰ ਆਪਣੇ ਬਪਤਿਸਮੇ ਵਿੱਚ ਦਿਵਯ ਸ਼ਕਤੀ ਮਿਲੀ, ਅਤੇ ਜਿਵੇਂ ਅਸੀਂ ਵਿਸ਼ਵਾਸ ਨਾਲ ਪ੍ਰਭੂ ਲਈ ਦਿਲ ਖੋਲ੍ਹਦੇ ਹਾਂ, ਸਾਨੂੰ ਵੀ ਸਾਡੇ ਬਪਤਿਸਮੇ ਵਿੱਚ ਪਵਿੱਤਰ ਆਤਮਾ ਮਿਲਦਾ ਹੈ। 10:38 ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, ਪਰਮੇਸ਼ਰ ਦੇ ਨਾਜ਼ਰਤ ਦੇ ਯੀਸ਼ੂ ਨੂੰ ਪਵਿੱਤਰ ਆਤਮਾ ਨਾਲ ਮਾਨਿਆ ਅਤੇ ਸ਼ਕਤੀ ਨਾਲ। ਮੈਂ ਇਹ ਬਹੁਤ ਪਸੰਦ ਕਰਦੀ ਹਾਂ। ਦੂਜੀ ਗੱਲ ਜੋ ਯੀਸ਼ੂ ਨੂੰ ਬਪਤਿਸਮੇ ਵਿੱਚ ਵਾਪਰੀ, ਮੱਤੀ 3:17 ਵਿੱਚ ਪਿਤਾ ਨੇ ਉਸ ਨੂੰ ਗੱਲ ਕੀਤੀ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਖੁਸ਼ ਹਾਂ। ਹਰ ਵਾਰ ਜਦੋਂ ਕੋਈ ਵੀ ਬੱਚਾ ਪਰਮੇਸ਼ਰ ਦਾ ਬੱਚਾ ਹੋਵੇ, ਮਸੀਹ ਦੇ ਬੁਲਾਹਟ ਦਾ ਜਵਾਬ ਦਿੰਦਾ ਹੈ ਅਤੇ ਸਾਡੇ ਪ੍ਰਭੂ ਲਈ ਜਨਤਕ ਸਟੈਂਡ ਲੈਂਦੇ ਹੋਏ ਬਪਤਿਸਮਾ ਲੈਂਦਾ ਹੈ, ਤਾਂ ਸਾਰਾ ਸਵਰਗ ਖੁਸ਼ ਹੋ ਜਾਂਦਾ ਹੈ। ਜੋ ਤੁਹਾਨੂੰ ਬਪਤਿਸਮਾ ਦਿੱਤਾ ਜਾਂਦਾ ਹੈ ਤਾਂ ਪਿਤਾ ਇੱਕ ਵਾਰ ਫਿਰ ਕਹਿਣਗੇ, ਇਹ ਮੇਰਾ ਪੁੱਤਰ ਹੈ, ਇਹ ਮੇਰਾ ਪਿਆਰਾ ਪੁੱਤਰ ਹੈ, ਮੇਰੀ ਪਿਆਰੀ ਧੀ ਹੈ ਜਿਸ ਤੋਂ ਮੈਂ ਬਹੁਤ ਖੁਸ਼ ਹਾਂ। ਸਦੀਆਂ ਤੋਂ ਵਿਸ਼ਵਾਸ ਕਰਨ ਵਾਲੇ ਬਣਾਉਣ ਦੀ ਖੁਸ਼ੀ ਦਾ ਤਜਰਬਾ ਹੋਇਆ ਹੈ ਬਪਤਿਸਮੇ ਰਾਹੀਂ ਮਸੀਹ ਪ੍ਰਤੀ ਪੂਰੀ ਵਚਨਬੱਧਤਾ ਦੇ ਕਾਰਨ। ਕਈ ਵਾਰ ਉਹ ਆਪ ਆਪਣੇ ਪਰਿਵਾਰ ਦੇ ਇਕੱਲੇ ਮੈਂਬਰ ਰਹੇ ਹਨ ਜਾਂ ਪਿੰਡ ਜਾਂ ਕਬੀਲੇ ਵੱਲੋਂ। ਤੁਸੀਂ ਵੇਖਦੇ ਹੋ ਕਿ ਪਰਮੇਸ਼ਰ ਸਾਡੇ ਵਿੱਚੋਂ ਹਰੇਕ ਨੂੰ ਵਿਅਕਤੀਗਤ ਤੌਰ ਤੇ ਬੁਲਾਉਂਦਾ ਹੈ। ਉਸਨੇ ਯਕੀਨੀ ਤੌਰ ਤੇ ਸੰਗ ਨਾਲ ਕੀਤਾ। ਯਰੂਸ਼ਲਮ ਤੋਂ ਵਾਪਸ ਜੋ ਆ ਰਿਹਾ ਸੀ, ਜਦੋਂ ਇਥੋਪੀਅਨ ਆਪਣੇ ਹੱਥਾਂ ਰੱਥ ਤੇ ਸਵਾਰ ਹੋ ਰਿਹਾ ਸੀ ਤਾਂ ਉਸਦੇ ਹੱਥ ਦੇ ਵਿੱਚ ਪਰਮੇਸ਼ਰ ਦਾ ਵਚਨ ਸੀ। ਪਰਮੇਸ਼ਰ ਨੇ ਫਿਲਿਪ ਨੂੰ ਚਮਤਕਾਰੀ ਢੰਗ ਨਾਲ ਉਸ ਕੋਲ ਲੈ ਗਿਆ। ਫਿਲਿਪ ਨੇ ਪਰਮੇਸ਼ਰ ਦੇ ਵਚਨ ਦੀ ਸਪਸ਼ਟ ਵਿਆਖਿਆ ਕਰਦੇ ਹੋਏ ਉਸ ਇਥੋਪੀਅਨ ਨੂੰ ਸਮਝਾਇਆ।
ਉਸਨੇ ਆਪਣੇ ਬਾਈਬਲ ਸਵਾਲਾਂ ਦਾ ਜਵਾਬ ਦਿੱਤਾ ਅਤੇ ਇਸ ਆਦਮੀ ਲਈ ਇੱਕ ਮਜ਼ਬੂਤ ਅਪੀਲ ਕੀਤੀ ਤਾਂ ਜੋ ਆਪਣਾ ਜੀਵਨ ਪੂਰੀ ਤਰ੍ਹਾਂ ਮਸੀਹ ਨੂੰ ਸਮਰਪਿਤ ਕਰ ਦੇਵੇ। ਇਥੋਪੀਅਨ ਨੇ ਤੁਰੰਤ ਜਵਾਬ ਦਿੱਤਾ। ਯੀਸ਼ੂ ਨਾਲ ਆਪਣੇ ਨਵੇਂ ਰਿਸ਼ਤੇ ਤੋਂ ਬਹੁਤ ਖੁਸ਼ ਸੀ। ਉਹ ਬਪਤਿਸਮਾ ਲੈਣ ਦੀ ਇੱਛਾ ਕਰਦਾ ਸੀ। ਉਸਦੀ ਬੇਨਤੀ ਅਸੀਂ ਰਸੂਲਾਂ ਦੇ ਕਰਤੱਵ 8:36 ਤੋਂ 39 ਵਿੱਚ ਪਾਈ ਗਈ ਹੈ। ਜਦੋਂ ਉਹ ਸੜਕ ਤੋਂ ਹੇਠਾਂ ਉਤਰਿਆ ਤਾਂ ਕੁਝ ਪਾਣੀ ਉਸਨੇ ਵੇਖਿਆ। ਉਸਨੇ ਕਿਹਾ, ਦੇਖੋ ਇਹ ਪਾਣੀ ਹੈ, ਮੈਨੂੰ ਬਪਤਿਸਮਾ ਦੇਣ ਤੋਂ ਕੀ ਰੁਕਾਵਟ ਹੈ? ਫਿਰ ਫਿਲਿਪ ਨੇ ਕਿਹਾ, ਜੇ ਤੂੰ ਆਪਣੇ ਦਿਲ ਨਾਲ ਵਿਸ਼ਵਾਸ ਕਰਦਾ ਹਾਂ ਤਾਂ ਇਹ ਹੁਣੀ ਹੋ ਸਕਦਾ ਹੈ। ਉਸਨੇ ਜਵਾਬ ਦਿੱਤਾ ਤੇ ਕਿਹਾ, ਮੇਰਾ ਵਿਸ਼ਵਾਸ ਹੈ ਕਿ ਯੀਸ਼ੂ ਮਸੀਹ ਪਰਮੇਸ਼ਰ ਦਾ ਪੁੱਤਰ ਹੈ। ਇਸ ਲਈ ਉਸਨੇ ਰੱਥ ਨੂੰ ਹੁਕਮ ਦਿੱਤਾ ਕਿ ਉਸਨੂੰ ਕਾਇਮ ਰੱਖੋ ਅਤੇ ਫਿਲਿਪ ਅਤੇ ਦੋਵੇਂ ਹੀ ਪਾਣੀ ਵਿੱਚ ਚਲੇ ਗਏ ਅਤੇ ਉਸਨੇ ਉਸਨੂੰ ਬਪਤਿਸਮਾ ਦਿੱਤਾ। ਹੁਣ ਜਦੋਂ ਉਹ ਪਾਣੀ ਵਿੱਚੋਂ ਬਾਹਰ ਆਏ, ਦੇਖੋ ਇਹ ਸਾਨੂੰ ਇੱਥੇ ਬਾਈਬਲ ਸਿਖਾਉਂਦੀ ਹੈ ਬਪਤਿਸਮੇ ਬਾਰੇ ਕੁਝ ਅਜਿਹੀਆਂ ਸੱਚਾਈਆਂ। ਇਥੋਪੀਅਨ ਨੂੰ ਉਸਨੂੰ ਬਪਤਿਸਮਾ ਦਿੱਤਾ ਗਿਆ ਜਦੋਂ ਉਸਨੇ ਮਸੀਹ ਨੂੰ ਸਭ ਸਾਹਮਣੇ ਸਵੀਕਾਰ ਕੀਤਾ। ਉਸਦਾ ਬਪਤਿਸਮਾ ਜਨਤਕ ਫੈਸਲਾ ਸੀ। ਉਹ ਆਪਣਾ ਪੱਖ ਲੈ ਰਿਹਾ ਸੀ ਅਤੇ ਫਿਲਿਪ ਅਤੇ ਇਥੋਪੀਅਨ ਦੋਵੇਂ ਪਾਣੀ ਵਿੱਚ ਚਲੇ ਗਏ ਅਤੇ ਫਿਲਿਪ ਨੇ ਇਥੋਪੀਅਨ ਨੂੰ ਨੀਵਾਂ ਕੀਤਾ ਅਤੇ ਪੂਰੀ ਤਰ੍ਹਾਂ ਡੁਬੋ ਦਿੱਤਾ ਡੂੰਘੇ ਠੰਡੇ ਪਾਣੀ ਵਿੱਚ, ਮਸੀਹ ਦੀ ਯੋਗਤਾ ਦੇ ਪ੍ਰਤੀਕ ਵਜੋਂ, ਤਾਂ ਜੋ ਸਾਰੇ ਵਿਅਕਤੀਆਂ ਨੂੰ ਪਾਪ ਤੋਂ ਸਾਫ਼ ਕੀਤਾ ਜਾਵੇ। ਸਾਰੇ ਵਿਅਕਤੀਆਂ ਨੂੰ ਡੁਬੋ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਸਾਰਾ ਵਿਅਕਤੀ ਪਾਪ ਕਰ ਚੁੱਕਾ ਹੈ। ਸਾਡੇ ਵਿੱਚੋਂ ਹਰੇਕ ਭਾਗ ਨੂੰ ਪਾਣੀ ਦੇ ਹੇਠਾਂ ਜਾਣਾ ਚਾਹੀਦਾ ਹੈ ਕਿਉਂਕਿ ਸਾਡੇ ਵਿੱਚੋਂ ਹਰੇਕ ਨੇ ਪਾਪ ਕੀਤਾ ਹੈ। ਦੋਸਤੋ, ਸਾਨੂੰ ਫੁਹਾਰੇ ਤੋਂ ਜ਼ਿਆਦਾ ਲੋੜ ਹੈ। ਅਸੀਂ ਪੂਰੀ ਤਰ੍ਹਾਂ ਸਾਫ਼ ਹੋਣਾ ਚਾਹੁੰਦੇ ਹਾਂ ਅਤੇ ਪਰਮੇਸ਼ਰ ਨੂੰ ਬਾਈਬਲ ਦੇ ਬਪਤਿਸਮਾ ਪੂਰੀ ਤਰ੍ਹਾਂ ਡੁੱਬਣ ਦੀ ਲੋੜ ਹੈ। ਅਸਲ ਵਿੱਚ ਹੋ ਸਕਦਾ ਹੈ ਕਿ ਤੁਹਾਨੂੰ ਪਤਾ ਨਾ ਹੋਵੇ ਕਿ ਬਪਤਿਸਮੇ ਦਾ ਅਰਥ ਕੀ ਹੈ। ਯੂਨਾਨੀ ਸ਼ਬਦ ਬੈਪਟਿਜ਼ੋ ਬਪਤਿਸਮੇ ਦਾ ਮਤਲਬ ਹੈ ਤਾਂ ਜੋ ਪਾਣੀ ਵਿੱਚ ਡੁੱਬ ਜਾਵੇ, ਡੁੱਬਣ ਲਈ, ਜਾਂ ਪਾਣੀ ਵਿੱਚ ਜੋ ਡੁੱਬਿਆ ਹੋਵੇ। ਉਦਾਹਰਨ ਲਈ, ਜੇ ਕੋਈ ਯੂਨਾਨੀ ਔਰਤ ਕਿਸੇ ਦੇ ਕੱਪੜੇ ਦੇ ਟੁਕੜੇ ਦਾ ਰੰਗ ਪੂਰੀ ਤਰ੍ਹਾਂ ਬਦਲਣ ਦੀ ਇੱਛਾ ਕਰਦੀ ਸੀ, ਉਹ ਕੇਵਲ ਰੰਗ ਦੇ ਛੋਟੇ ਛੋਟੇ ਬਿੰਦੂਆਂ ਨੂੰ ਛਿੜਕਦੀ ਹੀ ਨਹੀਂ ਸੀ ਕੱਪੜੇ ਉੱਤੇ, ਉਹ ਉਸਨੂੰ ਪਾਣੀ ਦੇ ਹੇਠਾਂ ਡੁਬੋ ਦਿੰਦੀ। ਡੁੱਬਣ ਨਾਲ ਬਪਤਿਸਮਾ ਨਿਸ਼ਚਿਤ ਤੌਰ ਤੇ ਅਭਿਆਸ ਸੀ। ਪ੍ਰਾਚੀਨ ਗਿਰਜਾਘਰਾਂ ਦੇ ਵਿੱਚ ਪੁਰਾਤਵ ਵਿਗਿਆਨ ਇਹਨਾਂ ਚਰਚਾਂ ਵਿੱਚ ਮਿਲਣ ਵਾਲੀ ਬਪਤਿਸਮਾ ਸਾਈਟਾਂ ਦਾ ਖੁਲਾਸਾ ਕਰਦੇ ਹਨ। ਸਦੀਆਂ ਦੇ ਸ਼ੁਰੂ ਦੇ ਵਿੱਚ ਪ੍ਰਾਚੀਨ ਗਿਰਜਾਘਰ ਉਸ ਸਮੇਂ ਵਰਤੇ ਗਏ ਬਪਤਿਸਮੇ ਦੇ ਢੰਗ ਨੂੰ ਉਜਾਗਰ ਕਰਦੇ ਹਨ। ਇੱਥੇ ਇੱਕ ਪ੍ਰਾਚੀਨ ਈਸਾਈ ਚਰਚ ਸਾਈਟ ਹੈ ਇਫਿਸਸ ਦੇ ਨੇੜੇ, ਇੱਕ ਬੈਪਤਿਸਮ ਦੇ ਨਾਲ ਆਧੁਨਿਕ ਤੌਰ ਤੇ ਪੱਛਮੀ ਤੱਟਾਂ ਦੇ ਨੇੜੇ। ਪੂਲ ਵਰਗੀ ਬਣਤਰ ਦਾ ਆਕਾਰ ਪੁਰਾਤਵ ਵਿਗਿਆਨੀਆਂ ਅਤੇ ਇਤਿਹਾਸਕਾਰਾਂ ਅਨੁਸਾਰ ਇਹ ਤੱਥ ਦਿਖਾਉਂਦਾ ਹੈ ਕਿ ਉਸ ਸਮੇਂ ਸਿਰਫ ਬਾਲਗਾਂ ਨੂੰ ਹੀ ਡੁੱਬਣ ਨਾਲ ਬਪਤਿਸਮਾ ਦਿੱਤਾ ਜਾਂਦਾ ਸੀ। ਇਹ ਫਿਲਵੀ ਇੱਕ ਸ਼ੁਰੂਆਤੀ ਕ੍ਰਿਸਚਨ ਚਰਚ ਹੈ। ਚਰਚ ਦੇ ਅਵਸ਼ੇਸ਼ਾਂ ਵਿੱਚੋਂ ਅਸੀਂ ਇੱਕ ਸ਼ੁਰੂਆਤੀ ਬਪਤਿਸਮੀ ਦੇਖਦੇ ਹਾਂ ਜਿਵੇਂ ਨਵੇਂ ਨਿਯਮ ਵਿੱਚ ਈਸਾਈ ਬਪਤਿਸਮੇ ਨੇ ਵਿਸ਼ਵਾਸ ਦਿੱਤਾ। ਸੇਂਟ ਜੌਨ ਆਫ ਲੈਟਰਨ ਰੋਮ ਦਾ ਦੂਜਾ ਸਭ ਤੋਂ ਵੱਡਾ ਗਿਰਜਾਘਰ ਹੈ। ਇਹ ਰੋਮ ਵਿੱਚ ਸਭ ਤੋਂ ਮਸ਼ਹੂਰ ਗਿਰਜਾਘਰ ਹੈ ਸੇਂਟ ਪੀਟਰਸ ਕੈਥੇਡਰਲ ਦੇ ਨਾਂ ਨਾਲ। ਜੇ ਤੁਸੀਂ ਤੰਗ ਗਲੀ ਵਿੱਚੋਂ ਗੁਜ਼ਰਦੇ ਹੋ, ਚਰਚ ਦੇ ਪਿਛਲੇ ਪਾਸੇ ਤੁਹਾਨੂੰ ਕੁਝ ਬਹੁਤ ਹੀ ਕਮਾਲ ਦੀ ਚੀਜ਼ ਮਿਲ ਜਾਵੇਗੀ, ਇੱਕ ਸੁੰਦਰ ਬੈਪਟਿਸਟਰੀ। ਸਪਸ਼ਟ ਰੂਪ ਵਿੱਚ ਇਹ ਦਿਖਾਉਣਾ ਹੈ ਕਿ ਰੋਮਨ ਕੈਥੋਲਿਕਵਾਦ ਇਸ਼ਨਾਨ ਕਰਕੇ ਬਪਤਿਸਮੇ ਦਾ ਅਭਿਆਸ ਕਰਦਾ ਸੀ। ਉਹਨਾਂ ਨੇ 13ਵੀਂ ਸਦੀ ਦੇ ਅਖੀਰ ਤੱਕ ਇਹ ਅਭਿਆਸ ਜਾਰੀ ਰੱਖਿਆ। ਇਹਨਾਂ ਪ੍ਰਾਚੀਨ ਗਿਰਜਾਘਰਾਂ ਵਿੱਚ ਬੈਪਟਿਸਟਰੀ ਇਹ ਖੁਲਾਸਾ ਕਰਦਾ ਹੈ ਕਿ ਚਰਚ ਨੇ ਬਾਈਬਲ ਦੇ ਬਪਤਿਸਮੇ ਨੂੰ ਡੁਬੋ ਕੇ ਅਭਿਆਸ ਕੀਤਾ ਸੀ ਸੈਂਕੜਾ ਸਾਲਾਂ ਤੋਂ। ਅਤੇ ਇੱਥੇ ਤੁਸੀਂ ਪੀਸਾ ਦੇ ਝੁਕੇ ਹੋਏ ਟਾਵਰ ਨੂੰ ਵੀ ਦੇਖ ਸਕਦੇ ਹੋ। ਤੁਸੀਂ ਇਸ ਬੈਲ ਟਾਵਰ ਤੋਂ ਜਾਣੂ ਹੋ ਸਕਦੇ ਹੋ ਜੋ ਕੋਨ ਕਰਕੇ ਵਿਸ਼ਵ ਪ੍ਰਸਿੱਧ ਹੈ, ਜਿੱਥੇ ਰੋਮਨ ਕੈਥੋਲਿਕ ਨੇ ਬਪਤਿਸਮੇ ਦਾ ਅਭਿਆਸ ਕੀਤਾ, ਸਦੀਆਂ ਤੋਂ ਡੁੱਬਣ ਵਾਲੇ ਬਪਤਿਸਮੇ ਦਾ। ਸੰਸਾਰ ਦੀਆਂ ਸਭ ਤੋਂ ਵੱਧ ਕਮਾਲ ਦੀਆਂ ਬੈਪਟਿਸਟੀਆਂ ਵਿੱਚੋਂ ਇੱਕ ਇਹ ਸ਼ਨਾਈ ਸ਼ਹਿਰ ਕੈਪੇਡੋਸੀਆ ਵਿੱਚ ਪਾਇਆ ਜਾਂਦਾ ਹੈ, ਦੱਖਣ ਪੂਰਬੀ ਤੁਰਕੀ ਦੀਆਂ ਗੁਫਾਵਾਂ ਦੇ ਅੰਦਰ ਡੂੰਘਾ। ਇੱਥੇ ਈਸਾਈਆਂ ਨੂੰ ਪਨਾਹ ਮਿਲੀ, ਮੱਧ ਯੁੱਗ ਵਿੱਚ ਉਹਨਾਂ ਦੇ ਜ਼ੁਲਮਾਂ ਤੋਂ ਤੇ ਕਾਲੇ ਯੁੱਗ ਦੇ ਵਿੱਚ ਵੀ। ਆਓ ਨਕਾਸ਼ੀ ਕੀਤੀ ਚੱਟਾਨ ਰਾਹੀਂ ਦਾਖਲ ਹੋਈਏ ਇਸ ਗੁਪਤ ਸ਼ਹਿਰ ਦੇ ਵਿੱਚ ਜੋ ਕਿ ਉਸਦਾ ਆਰਾਧਨਾ ਸਥਾਨ ਹੈ। ਅਸੀਂ ਦੇਖਦੇ ਹਾਂ ਚੱਟਾਨ ਵਿੱਚ ਨਕਾਸ਼ੀ ਕੀਤੀ ਇੱਕ ਬੈਪਟਿਸਟਰੀ ਜਿੱਥੇ ਇਹਨਾਂ ਵਫ਼ਾਦਾਰਾਂ ਈਸਾਈਆਂ ਨੂੰ ਬਪਤਿਸਮਾ ਦਿੱਤਾ ਗਿਆ ਪੂਰੀ ਤਰ੍ਹਾਂ ਡੁੱਬਣ ਦੇ ਨਾਲ। ਡੁੱਬਣ ਦਾ ਕੰਮ ਨਵੇਂ ਨਿਯਮ ਚਰਚ ਦਾ ਅਭਿਆਸ ਸੀ। ਯੀਸ਼ੂ ਨੂੰ ਡੁੱਬਣ ਦੇ ਨਾਲ ਹੀ ਪਾਣੀ ਵਿੱਚ ਬਪਤਿਸਮਾ ਦਿੱਤਾ ਗਿਆ। ਚੇਲੇ ਸ਼ੁਰੂਆਤੀ ਚਰਚ ਅਤੇ ਸਦੀਆਂ ਤੋਂ ਵਿਸ਼ਵਾਸ ਕਰਦੇ ਹਨ, ਇਸ ਬਾਈਬਲ ਦੇ ਅਭਿਆਸ ਦੀ ਪਾਲਣਾ ਕਰਦੇ ਸਨ। ਇਹ ਸਿਰਫ ਚਰਚ ਤੱਕ ਨਹੀਂ ਸੀ। ਮੈਨੂੰ ਮਾਫ ਕਰਨਾ, 1311 ਈਸਵੀ ਵਿੱਚ ਰੇਵਨਾ ਦੀ ਕੌਂਸਲ ਕੀ ਛਿੜਕਾਅ ਅਤੇ ਪਦਾਲੀ ਨੂੰ ਸਰਕਾਰੀ ਤੌਰ ਤੇ ਸਵੀਕਾਰ ਕਰ ਲਿਆ ਗਿਆ ਸੀ।
ਫੁਆਰਾ ਉਹਨਾਂ ਹੀ ਜਾਇਜ਼ ਹੋ ਗਿਆ ਸੀ ਜਿੰਨਾ ਕਿ ਡੁੱਬਣ ਵਰਗਾ ਬਪਤਿਸਮਾ ਦੇ ਸੰਸਕਾਰ ਵਿੱਚ। ਚਰਚ ਨੇ ਫੁਆਰੇ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਉਦੋਂ ਇੱਕ ਵਧੇਰੇ ਸੁਵਿਧਾਜਨਕ ਵਿਧੀ ਵਜੋਂ। ਬਹੁਤ ਸਾਰੇ ਲੋਕਾਂ ਨੇ ਬਪਤਿਸਮੇ ਵਿੱਚ ਦੇਰੀ ਕੀਤੀ ਜਦ ਤੱਕ ਉਹ ਮੌਤ ਦੇ ਨੇੜੇ ਨਹੀਂ ਸਨ, ਜਦੋਂ ਉਹਨਾਂ ਲਈ ਡੁੱਬਣਾ ਮੁਸ਼ਕਿਲ ਹੋ ਗਿਆ। ਇਸ ਲਈ ਹੌਲੀ ਹੌਲੀ ਕਈ ਸਾਲਾਂ ਤੱਕ ਫੁਹਾਰੇ ਨੂੰ ਸਵੀਕਾਰ ਕਰ ਲਿੱਤਾ ਗਿਆ ਜਿੰਨਾ ਕਿ ਡੁੱਬਣ ਵਾਲਾ ਬਪਤਿਸਮਾ ਸੀ। ਦੋਸਤੋ, ਇਸ ਲੜੀ ਦੌਰਾਨ ਅਸੀਂ ਬਹੁਤ ਸਾਰੀਆਂ ਪ੍ਰਥਾਵਾਂ ਦੇਖੀਆਂ ਹਨ ਜੋ ਹੌਲੀ ਹੌਲੀ ਤਿਲਕ ਗਈਆਂ ਹਨ ਈਸਾਈ ਚਰਚ ਦੇ ਵਿੱਚੋਂ, ਜਿਨ੍ਹਾਂ ਦਾ ਵਚਨ ਵਿੱਚ ਕੋਈ ਆਧਾਰ ਨਹੀਂ ਹੈ। ਉਦਾਹਰਨ ਲਈ ਐਤਵਾਰ ਨੂੰ ਆਰਾਧਨਾ ਕਰਨਾ, ਅਮਰ ਆਤਮਾ ਦਾ ਸੰਕਲਪ ਅਤੇ ਹੁਣ ਛਿੜਕਾਵਾ। ਰੱਬ ਸਾਨੂੰ ਬਾਈਬਲ ਵਿੱਚ ਵਾਪਸ ਬੁਲਾ ਰਿਹਾ ਹੈ। ਬਪਤਿਸਮੇ ਦੇ ਸੱਚੇ ਬਾਈਬਲ ਵਿਧੀ ਵੱਲ ਵਾਪਸ ਆਓ। ਬਾਈਬਲ ਦੇ ਬਪਤਿਸਮੇ ਦਾ ਕੀ ਮਤਲਬ ਹੈ? ਰੋਮੀਓ 6:3 ਅਤੇ 4 ਚ ਵੇਖੀਏ, ਜਾਂ ਕਿ ਤੁਸੀਂ ਇਹ ਨਹੀਂ ਜਾਣਦੇ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਜਿਵੇਂ ਕਿ ਈਸਾ ਮਸੀਹ ਵਿੱਚ ਬਪਤਿਸਮਾ ਕੀਤੇ ਗਏ ਸਨ ਕਿ ਉਸ ਦੀ ਮੌਤ ਵਿੱਚ ਬਪਤਿਸਮਾ ਲੈ ਲਿਆ ਹੈ। ਇਸ ਲਈ ਅਸੀਂ ਉਸ ਦੇ ਨਾਲ ਦਫਨ ਹੋ ਗਏ ਹਾਂ। ਬਪਤਿਸਮੇ ਰਾਹੀਂ ਮੌਤ ਹੋ ਜਾਂਦੀ ਹੈ। ਜਿਸ ਤਰ੍ਹਾਂ ਮਸੀਹ ਨੂੰ ਮੁਰਦਿਆਂ ਤੋਂ ਜ਼ਿੰਦਾ ਕੀਤਾ ਗਿਆ ਪਿਤਾ ਦੇ ਮਹਿਮਾ ਦੁਆਰਾ, ਫਿਰ ਵੀ ਸਾਨੂੰ ਵੀ ਨਵੀਨਤਾ ਵਿੱਚ ਤੁਰਨਾ ਚਾਹੀਦਾ ਹੈ। ਜਦੋਂ ਤੁਸੀਂ ਪਾਣੀ ਵਿੱਚ ਜਾਂਦੇ ਹੋ ਤਾਂ ਇਹ ਕਹਿੰਦਾ ਹੈ, ਰੱਬ, ਮੈਂ ਤੇਰੇ ਲਈ ਤੁਹਾਡੀ ਮੌਤ ਨੂੰ ਪਾਰ ਕਰਕੇ ਸਵੀਕਾਰ ਕਰਦਾ ਹਾਂ। ਇਹ ਕਹਿ ਰਿਹਾ ਹੈ, ਮੈਂ ਚਾਹੁੰਦੀ ਹਾਂ ਕਿ ਮੇਰੀ ਪੁਰਾਣੀ ਜ਼ਿੰਦਗੀ ਨੂੰ ਦਫਨਾਇਆ ਜਾਵੇ ਅਤੇ ਮੈਂ ਮਸੀਹ ਵਿੱਚ ਇੱਕ ਨਵੀਂ ਜ਼ਿੰਦਗੀ ਜੀਣਾ ਚਾਹੁੰਦੀ ਹਾਂ। ਦੋਸਤੋ, ਬਪਤਿਸਮਾ ਮਰਨ ਦੀ ਨੁਮਾਇੰਦਗੀ ਕਰਦਾ ਹੈ ਤੁਹਾਡੇ ਪੁਰਾਣੇ ਪਾਪੀ ਜੀਵਨ ਢੰਗ ਤੋਂ। ਕੀ ਕੋਈ ਅਜਿਹੀ ਚੀਜ਼ ਹੈ ਜੋ ਤੁਸੀਂ 1 ਸਾਲ ਪਹਿਲਾਂ ਕੀਤੀ ਸੀ, 5 ਸਾਲ ਪਹਿਲਾਂ, 10 ਸਾਲ ਪਹਿਲਾਂ, ਜੋ ਅੱਜ ਵੀ ਤੁਹਾਨੂੰ ਪਰੇਸ਼ਾਨ ਕਰਦੀ ਹੈ? ਕੋਈ ਅਜਿਹੀ ਚੀਜ਼ ਹੈ ਜੋ ਤੁਹਾਡੀ ਆਤਮਾ ਨੂੰ ਪਰੇਸ਼ਾਨ ਕਰਦੀ ਹੈ ਅਤੇ ਤੁਹਾਨੂੰ ਰਾਤ ਨੂੰ ਉਠਾਉਂਦੀ ਹੈ? ਜਦੋਂ ਤੁਸੀਂ ਬਪਤਿਸਮੇ ਦੇ ਪਾਣੀ ਵਿੱਚ ਜਾਂਦੇ ਹੋ, ਤੁਸੀਂ ਬੀਤੇ ਦੇ ਸਾਰੇ ਪਾਪਾਂ ਨੂੰ ਮਰ ਰਹੇ ਹੋ। ਤੁਹਾਡਾ ਦੋਸ਼ ਅਤੇ ਨਿੰਦਾ ਖਤਮ ਹੋ ਰਹੀ ਹੈ। ਤੁਹਾਡਾ ਅਤੀਤ ਸਾਫ਼ ਹੋ ਗਿਆ ਹੈ। ਬਪਤਿਸਮੇ ਦੇ ਕੰਮ ਦਾ ਇਹ ਕੋਈ ਜਾਦੂ ਨਹੀਂ ਹੈ। ਪਾਣੀ ਵਿੱਚ ਕੋਈ ਅਧਿਆਤਮਕ ਗੁਣ ਨਹੀਂ ਹੈ। ਇਹ ਇੱਕ ਪ੍ਰਤੀਕਾਤਮਕ ਹੈ ਅਤੇ ਫਿਰ ਵੀ ਇਹ ਬਹੁਤ ਮਹੱਤਵਪੂਰਨ ਹੈ। ਪੂਰੀ ਤਰ੍ਹਾਂ ਮਸੀਹ ਵਿੱਚ ਰਹਿਣ ਦੇ ਲਈ ਪਹਿਲਾਂ ਸਾਨੂੰ ਆਪਣੇ ਪੁਰਾਣੇ ਜੀਵਨ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ। ਮੇਰੀ ਯਾਤਰਾ ਵਿੱਚ ਚਾਹੇ ਸੰਸਾਰ ਵਿੱਚ ਕੋਈ ਵੀ ਹੋਵੇ, ਚਾਹੇ ਕੋਈ ਵੀ ਸੱਭਿਆਚਾਰ ਹੋਵੇ, ਮੈਂ ਉਹ ਖੁਸ਼ੀ ਦੇ ਹਾਵ ਭਾਵ ਵੇਖਦੀ ਹਾਂ ਜਿਨ੍ਹਾਂ ਦੇ ਚਿਹਰੇ ਹੁਣੇ ਜਿਨ੍ਹਾਂ ਨੇ ਬਪਤਿਸਮਾ ਲਿੱਤਾ ਹੁੰਦਾ ਹੈ। ਮੈਂ ਉਹਨਾਂ ਕੀਮਤੀ ਪਲਾਂ ਨੂੰ ਵੇਖਿਆ ਹੈ ਜਦੋਂ ਕੋਈ ਨਵਾਂ ਜਨਮ ਲੈਂਦਾ ਹੈ ਔਰ ਉਹ ਈਸਾਈ ਪਾਣੀ ਵਿੱਚੋਂ ਬਾਹਰ ਆਉਂਦਾ ਹੈ। ਉਹਨਾਂ ਦੀਆਂ ਅੱਖਾਂ ਖੁਸ਼ੀ, ਸਵੀਕ੍ਰਿਤੀ ਅਤੇ ਅੰਤਰ ਸ਼ਾਂਤੀ ਨਾਲ ਭਰੀਆਂ ਹੋਈਆਂ ਹਨ। ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਉਹ ਜਾਣਦੇ ਹਨ ਉਹਨਾਂ ਦੀ ਸਲੇਟ ਸਾਫ਼ ਹੋ ਗਈ ਹੈ ਅਤੇ ਉਹਨਾਂ ਦਾ ਸਾਰਾ ਦੋਸ਼ ਮਿਟ ਗਿਆ ਹੈ ਔਰ ਇਸ ਕਰਕੇ ਉਹ ਉਹਨਾਂ ਦੇ ਉਤਸ਼ਾਹ ਨੂੰ ਹੋਰ ਚਮਕਾਉਂਦਾ ਹੈ। ਉਸ ਸਮੇਂ ਉਹਨਾਂ ਦੀ ਜ਼ਿੰਦਗੀ ਪਹਿਲਾਂ ਵਰਗੀ ਹੀ ਕਿਉਂ ਨਾ ਹੋਵੇ, ਉਹ ਹੁਣ ਜਾਣਦੇ ਹਨ ਕਿ ਉਹ ਹੁਣ ਨਵੀਂ ਸ਼ੁਰੂਆਤ ਕਰ ਸਕਦੇ ਹਨ ਅਤੇ ਪਵਿੱਤਰ ਆਤਮਾ ਦੀ ਮਦਦ ਨਾਲ ਉਹਨਾਂ ਦੇ ਜੀਵਨ ਬਦਲ ਗਏ ਹਨ। ਬਪਤਿਸਮਾ ਤੁਹਾਡੇ ਪਾਪਾਂ ਨੂੰ ਪਾਣੀ ਵਾਲੀ ਕਬਰ ਵਿੱਚ ਦਫਨਾਉਣ ਵਰਗਾ ਹੈ। ਪਰ ਤੁਸੀਂ ਸੋਚ ਸਕਦੇ ਹੋ, 1 ਮਿੰਟ ਉਡੀਕ ਕਰਦਾ ਹਾਂ, ਜਦੋਂ ਵੀ ਮੈਂ ਆਪਣਾ ਪਾਪ ਕਬੂਲ ਕਰਦਾ ਹਾਂ ਤਾਂ ਕੀ ਰੱਬ ਮੈਨੂੰ ਮਾਫ ਨਹੀਂ ਕਰਦਾ? ਬਿਲਕੁਲ ਉਹ ਕਰਦਾ ਹੈ। ਜਿਵੇਂ ਕਿ ਉਹ ਕਹਿੰਦਾ ਹੈ ਪਹਿਲਾ ਯਹੂਨਾ 1:9 ਦੇ ਵਿੱਚ, ਜੇ ਅਸੀਂ ਆਪਣੇ ਗੁਨਾਹਾਂ ਨੂੰ ਮੰਨ ਲਈਏ, ਉਹ ਵਫਾਦਾਰ ਹੈ ਅਤੇ ਸਾਨੂੰ ਸਾਡੇ ਪਾਪਾਂ ਤੋਂ ਮਾਫ ਕਰਨ ਲਈ ਅਤੇ ਸਾਨੂੰ ਸਾਰੀ ਅਧਰਮੀਤਾ ਤੋਂ ਸਾਫ਼ ਕਰਨ ਲਈ ਉਹ ਵਫਾਦਾਰ ਹੈ। ਜਦੋਂ ਤੁਸੀਂ ਪਾਣੀ ਵਿੱਚ ਕਦਮ ਰੱਖਦੇ ਹੋ ਤਾਂ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ, ਰੱਬ, ਮੈਂ ਆਪਣੇ ਆਪ ਨੂੰ ਤੈਨੂੰ ਦੇ ਦਿੰਦਾ ਹਾਂ। ਮੈਨੂੰ ਯਾਦ ਹੈ ਮੇਰੇ ਸਾਰੇ ਪਾਪ ਅਤੇ ਉਹ ਸਾਰੇ ਪਾਪ ਜੋ ਮੈਂ ਨਹੀਂ ਕਰਨਾ ਚਾਹੁੰਦਾ, ਕਿਉਂਕਿ ਸਾਨੂੰ ਯਾਦ ਨਹੀਂ ਹਰ ਪਾਪ ਜਿਹੜਾ ਅਸੀਂ ਕੀਤਾ ਹੈ। ਦੋਸਤੋ, ਮੈਂ ਇੰਨੀ ਅਹਿਸਾਨਮੰਦ ਹਾਂ ਕਿ ਜਦੋਂ ਮੈਂ ਪਾਣੀ ਵਿੱਚੋਂ ਬਾਹਰ ਆਉਂਦੀ ਹਾਂ, ਮੈਂ ਇੱਕ ਨਵੀਂ ਸਲੇਟ ਵਾਲਾ ਨਵਾਂ ਵਿਅਕਤੀ ਬਣ ਜਾਂਦੀ ਹਾਂ, ਕਿਉਂਕਿ ਮੈਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਦਾ ਹਾਂ ਜਾਂ ਕਰਦੀ ਹਾਂ। ਤੁਸੀਂ ਜਾਣਦੇ ਹੋ ਦੋਸਤੋ, ਮੇਰੇ ਕੋਲ ਬਹੁਤ ਸਾਰੇ ਅਦਭੁਤ ਰਹੇ ਹਨ ਉਹ ਚੀਜ਼ਾਂ ਜੋ ਮੇਰੇ ਜੀਵਨ ਦੇ ਵਿੱਚ ਮੇਰੇ ਨਾਲ ਉਹ ਅਨੁਭਵ ਕੀਤੀਆਂ। ਮੈਂ ਇਸ ਦੌਰਾਨ ਬਹੁਤ ਰੋਮਾਂਚ ਅਤੇ ਮੈਂ ਅਨੁਭਵ ਕੀਤਾ ਹੈ। ਕੁਝ ਕੁ ਸੰਸਾਰ ਨੂੰ ਅੰਤਿਮ ਪ੍ਰਾਪਤੀਆਂ ਸਮਝੀਆਂ ਜਾਣਗੀਆਂ, ਪਰ ਮੈਂ ਤੁਹਾਨੂੰ ਕੁਝ ਹੋਰ ਦੱਸਣਾ ਚਾਹੁੰਦੀ ਹਾਂ। ਦੇਖਣ ਵਾਲੀ ਆਤਮਾ ਨਾਲ ਤੁਲਨਾ ਕੁਝ ਵੀ ਨਹੀਂ ਬਪਤਿਸਮਾ ਵਿੱਚ ਯੀਸ਼ੂ ਨੂੰ ਦੇ ਸਦੀਵੀ ਜੀਵਨ ਨੂੰ ਸਵੀਕਾਰ ਕਰਨ ਦੇ ਨਾਲ।
ਮੈਂ ਅਤੇ ਮੇਰੀ ਟੀਮ ਬਪਤਿਸਮੇ ਵਿੱਚ ਹੋਣ ਵਾਲੇ ਇੱਕ ਬਹੁਤ ਹੱਦ ਤੱਕ ਜਾਂਦੇ ਹਾਂ, ਜਿੱਥੇ ਵੀ ਅਸੀਂ ਸੰਸਾਰ ਵਿੱਚ ਇਹ ਕਰਦੇ ਹਾਂ। ਮੈਨੂੰ ਯਾਦ ਹੈ ਜਦੋਂ ਅਸੀਂ ਇੱਕ ਪਿੰਡ ਬਾਰੇ ਸੁਣਿਆ, ਫਿਲੀਪੀਨਸ ਦੇ ਪਹਾੜਾਂ ਦੇ ਵਿੱਚ ਇੱਕ ਉੱਚੀ ਜਗ੍ਹਾ ਤੇ ਪਿੰਡ ਸੀ। ਉਹ ਸਾਡੇ ਰੇਡੀਓ ਪ੍ਰੋਗਰਾਮਾਂ ਨੂੰ ਸੁਣ ਰਹੇ ਸਨ, ਯੀਸ਼ੂ ਅਤੇ ਬਾਈਬਲ ਦੇ ਸੱਚ ਬਾਰੇ, ਤੇ ਉਹ ਬਪਤਿਸਮਾ ਚਾਹੁੰਦੇ ਸਨ। ਕੇਵਲ ਦੋ ਤਰੀਕੇ ਸਨ ਜਿਨ੍ਹਾਂ ਤੱਕ ਤੁਸੀਂ ਉਹਨਾਂ ਤੱਕ ਪਹੁੰਚ ਸਕਦੇ ਸੀ ਆਪਣੇ ਪਿੰਡ ਵਿੱਚ, ਜਾਂ ਤਾਂ ਘੋੜੇ ਦੁਆਰਾ, ਜਿਸ ਨੂੰ ਥੋੜਾ ਜਿਹਾ ਹੋਰ ਸਮਾਂ ਲੱਗਦਾ ਹੈ, ਜਾਂ ਮੋਟਰਸਾਈਕਲ। ਮੈਂ ਮੋਟਰਸਾਈਕਲ ਨੂੰ ਵੋਟ ਦਿੱਤੀ। ਅਸੀਂ 24 ਨਦੀਆਂ ਪਾਰ ਕੀਤੀਆਂ ਅਤੇ ਪਹਾੜੀਆਂ ਦੇ ਕਿਨਾਰੇ ਗਏ ਤਾਂ ਜੋ ਸਾਡੇ ਹਵਾ ਦੇ ਰਸਤੇ ਨੂੰ ਸਿਖਰ ਤੱਕ ਲੈ ਜਾਣ, ਅਤੇ ਦਰਜਨਾਂ ਲੋਕਾਂ ਨੇ ਸਾਡਾ ਸਵਾਗਤ ਕੀਤਾ, ਜਿਸ ਵਿੱਚ ਮੁਸਕਰਾਉਂਦੇ ਹੋਏ ਛੋਟੇ ਬੱਚੇ ਤੇ ਸੁੰਦਰ ਬੱਚੇ ਸਨ। ਅਤੇ ਜਦੋਂ ਅਸੀਂ ਨੇੜੇ ਦੀ ਨਦੀ ਵੱਲ ਜਾਂਦੇ ਸੀ, ਅਸੀਂ 18 ਨੂੰ ਦੇਖਣ ਦੇ ਯੋਗ ਹੋਏ। ਉਸ ਦਿਨ ਯੀਸ਼ੂ ਨੂੰ ਆਪਣੀ ਜ਼ਿੰਦਗੀ ਦਾ ਸੰਕਲਪ ਕਰਨ ਦੇ ਲਈ ਜੋ ਲੋਕ ਉੱਥੇ ਕੀਮਤੀ ਲੋਕ ਖੜੇ ਸਨ। ਜਦੋਂ ਉਹ ਕੀਮਤੀ ਲੋਕ ਬਪਤਿਸਮੇ ਪਾਣੀ ਤੋਂ ਉਹ ਉੱਠਦੇ ਹਨ ਔਰ ਜੀਵਨ ਦੀ ਨਵੀਨਤਾ ਵਿੱਚ ਤੁਰਦੇ ਹਨ, ਇਹ ਪੂਰਨ ਸੁਰਜੀਤੀ ਦਾ ਪ੍ਰਤੀਕ ਹੈ। ਉਸ ਪਾਣੀ ਵਾਲੀ ਕਬਰ ਵਿੱਚੋਂ ਬਾਹਰ ਆਣਾ। ਹੁਣ ਕੀ ਤੁਹਾਨੂੰ ਉਦੋਂ ਤੱਕ ਦੀ ਉਡੀਕ ਕਰਨੀ ਪਵੇਗੀ ਜਦ ਤੱਕ ਤੁਸੀਂ ਸੰਪੂਰਨ ਨਹੀਂ ਹੋ ਜਾਂਦੇ, ਇਸ ਤੋਂ ਪਹਿਲਾਂ ਕਿ ਤੁਸੀਂ ਬਪਤਿਸਮਾ ਪ੍ਰਾਪਤ ਕਰੋ? ਨਹੀਂ, ਬਪਤਿਸਮਾ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਦੋਸ਼ ਰਹਿਤ ਹੋ। ਇਸ ਦਾ ਮਤਲਬ ਹੈ ਕਿ ਤੁਸੀਂ ਵਚਨਬੱਧ ਹੋ। ਇਸ ਲਈ ਜੇ ਤੁਸੀਂ ਬਪਤਿਸਮੇ ਲੈਣ ਤੋਂ ਝਿਜਕ ਰਹੇ ਹੋ ਕਿਉਂਕਿ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਉਦੋਂ ਤੱਕ ਦੀ ਉਡੀਕ ਕਰਨ ਦੀ ਲੋੜ ਹੈ ਜਦ ਤੱਕ ਕਿ ਤੁਸੀਂ ਸੰਪੂਰਨ ਨਹੀਂ ਹੋ ਜਾਂਦੇ, ਦੋਸਤੋ, ਫਿਰ ਤੁਸੀਂ ਇਸ ਨਾਲ ਕਦੇ ਵੀ ਨਹੀਂ ਲੰਘੋਗੇ। ਬਪਤਿਸਮਾ ਪਰਮੇਸ਼ਵਰ ਪ੍ਰਤੀ ਤੁਹਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਉਸ ਦੇ ਤਰੀਕਿਆਂ ਦੀ ਪਾਲਣਾ ਕਰਨਾ ਜੋ ਕਿ ਤੁਸੀਂ ਚੁਣਿਆ ਹੈ, ਤੁਹਾਡਾ ਉਹ ਫੈਸਲਾ ਹੈ। ਬਪਤਿਸਮਾ ਈਸਾਈ ਜੀਵਨ ਦਾ ਅੰਤ ਨਹੀਂ ਹੈ, ਇਹ ਸਿਰਫ ਸ਼ੁਰੂਆਤ ਹੈ। ਦਿਸ਼ਾ ਅਤੇ ਆਜ਼ਾਦੀ ਦੀ ਨਵੀਂ ਭਾਵਨਾ ਨਾਲ ਅਸੀਂ ਕਹਿੰਦੇ ਹਾਂ, ਰੱਬ ਮੈਂ ਤੇਰਾ ਹਾਂ, ਮੈਨੂੰ ਮਾਰਗਦਰਸ਼ਨ ਕਰੋ ਅਤੇ ਮੇਰੀ ਵਰਤੋਂ ਕਰੋ ਆਪਣੇ ਕੰਮ ਦੇ ਲਈ। ਬਪਤਿਸਮਾ ਸਾਨੂੰ ਇੱਕ ਨਵੀਂ ਅਧਿਆਤਮਕ ਸ਼ਕਤੀ ਦਿੰਦਾ ਹੈ ਸਾਡੇ ਜੀਵਨ ਵਿੱਚ, ਦੋਸਤੋ। ਇਸ ਲਈ ਆਓ ਵੇਖੀਏ ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਤਾਂ ਕੀ ਹੁੰਦਾ ਹੈ। ਅਸੀਂ ਵੇਖਦੇ ਹਾਂ ਕਿ ਹਰ ਪਾਪ ਮਾਫ ਕੀਤਾ ਜਾਂਦਾ ਹੈ। ਯੀਸ਼ੂ ਮਸੀਹ ਦੇ ਨਾਮ ਤੇ ਬਪਤਿਸਮਾ ਜਦੋਂ ਦਿੱਤਾ ਜਾਂਦਾ ਹੈ ਤਾਂ ਉਦੋਂ ਪੀਟਰ ਕਹਿੰਦਾ ਹੈ, ਪਛਤਾਵਾ ਕਰੋ, ਤੁਹਾਡੇ ਵਿੱਚੋਂ ਹਰੇਕ ਨੂੰ ਛੱਡ ਦਿਓ। ਯੀਸ਼ੂ ਮਸੀਹ ਦੇ ਨਾਮ ਤੇ ਬਪਤਿਸਮਾ ਲਓ ਤੇ ਪਾਪਾਂ ਨੂੰ ਛੱਡ ਦਿਓ, ਪੁਰਾਣੇ ਰਸਤਿਆਂ ਤੋਂ ਮੁੜ ਜਾਓ ਤਾਂ ਜੋ ਤੁਸੀਂ ਪਾਪਾਂ ਤੋਂ ਮੁਕਤ ਹੋ ਸਕੋ। ਪਤਰਸ ਨੇ ਇਹ ਸਪਸ਼ਟ ਕਰ ਦਿੱਤਾ ਤਾਂ ਕਿ ਹਰ ਕਿਸੇ ਨੂੰ ਬਪਤਿਸਮਾ ਦਿੱਤਾ ਜਾਵੇ। ਇੱਕ ਮਿੰਟ ਉਡੀਕ ਕਰੋ। ਫਿਰ ਚੋਰ ਦਾ ਕ੍ਰਾਸ ਤੇ ਕੀ ਹੋਵੇਗਾ? ਉਸ ਨੂੰ ਕਦੇ ਵੀ ਬਪਤਿਸਮਾ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਦੇ ਦਿਲ ਦਹਿਲਾਨ ਦੇਣ ਤੋਂ ਬਾਅਦ ਮੁਕਤੀਦਾਤਾ ਨੇ ਚੋਰ ਨਾਲ ਵਾਅਦਾ ਕੀਤਾ ਕਿ ਉਸਨੂੰ ਯਾਦ ਕਰੇਗਾ ਅਤੇ ਪਰਮੇਸ਼ਵਰ ਦੇ ਰਾਜ ਵਿੱਚ ਉਸਨੂੰ ਬਚਾਏਗਾ। ਚੋਰ ਲਈ ਕੋਈ ਮੌਕਾ ਨਹੀਂ ਸੀ ਉਸ ਸਮੇਂ ਬਪਤਿਸਮਾ ਉਸਨੂੰ ਦਿੱਤਾ ਜਾਵੇ। ਜਦੋਂ ਉਸਨੇ ਮਸੀਹ ਨੂੰ ਆਪਣੇ ਬਾਰੇ ਦੱਸਿਆ ਔਰ ਉਸਦੀ ਜਾਨ ਜਦੋਂ ਯੀਸ਼ੂ ਦੇ ਰਹੇ ਸੀ ਕ੍ਰਾਸ ਦੇ ਉੱਤੇ, ਉਸ ਲਟਕਦੇ ਹੋਏ ਸਮੇਂ ਜਦੋਂ ਯੀਸ਼ੂ ਨੇ ਆਪਣੀ ਜਾਨ ਦਿੱਤੀ, ਯੀਸ਼ੂ ਜਾਣਦਾ ਸੀ ਕਿ ਉਹ ਜੇ ਕਰ ਸਕਦਾ ਹੈ ਤਾਂ ਉਸਨੂੰ ਬਪਤਿਸਮਾ ਦਿੱਤਾ ਜਾਵੇ। ਅਸੀਂ ਜਾਣਦੇ ਹਾਂ ਕਿ ਯੀਸ਼ੂ ਨੇ ਕਦੇ ਵੀ ਪਾਪ ਨਹੀਂ ਕੀਤਾ। ਮਸੀਹ ਨੂੰ ਆਪ ਬਪਤਿਸਮੇ ਦੀ ਲੋੜ ਨਹੀਂ ਸੀ, ਪਰ ਉਸਨੇ ਇਹ ਸਾਡੇ ਲਈ ਇੱਕ ਉਦਾਹਰਨ ਵਜੋਂ ਕੀਤਾ। ਮਸੀਹ ਦਾ ਬਪਤਿਸਮਾ ਉਹਨਾਂ ਸਾਰਿਆਂ ਲਈ ਕੰਮ ਕਰਦਾ ਹੈ, ਜਿਵੇਂ ਕਿ ਜੋ ਚੋਰ ਕ੍ਰਾਸ ਤੇ ਸੀ, ਉਸਦਾ ਬਪਤਿਸਮਾ ਨਹੀਂ ਹੋ ਸਕਿਆ। ਜਿਵੇਂ ਕਿ ਮੌਤ ਦੀ ਕਤਾਰ ਵਿੱਚ ਬੈਠੇ, ਜੇਲ੍ਹਾਂ ਵਿੱਚ ਜਾਂ ਕਿਸੇ ਹਸਪਤਾਲ ਦੇ ਬਿਸਤਰੇ ਵਿੱਚ। ਮੈਨੂੰ ਪਿਆਰ ਹੈ ਕਿ ਬਾਈਬਲ ਕਹਿੰਦੀ ਹੈ ਕਿ ਬਪਤਿਸਮਾ ਹਰ ਕਿਸੇ ਲਈ ਹੈ, ਧਰਤੀ ਤੇ ਹਰ ਇੱਕ ਕੀਮਤੀ ਆਤਮਾ ਦੇ ਲਈ, ਨਾ ਕਿ ਕੇਵਲ ਕੁਝ ਚੁਣਵੇਂ ਲੋਕਾਂ ਦੇ ਲਈ। ਅਤੇ ਬਪਤਿਸਮੇ ਦੇ ਸਮੇਂ ਹਰ ਪਾਪ ਨੂੰ ਮਾਫ ਕੀਤਾ ਜਾਂਦਾ ਹੈ। ਕੋਈ ਪਾਪ ਇੰਨਾ ਜ਼ਿਆਦਾ ਨਹੀਂ ਹੈ ਕਿ ਉਸਨੂੰ ਮਾਫ ਨਾ ਕੀਤਾ ਜਾਵੇ। ਬਪਤਿਸਮੇ ਦੇ ਸਮੇਂ ਇੱਕ ਹੋਰ ਵਾਅਦਾ ਹੈ ਕਿ ਪਵਿੱਤਰ ਆਤਮਾ ਸਾਨੂੰ ਦਿੱਤੇ ਜਾਂਦੇ ਹਨ। ਇਹ ਇੱਕ ਸ਼ਲੋਕ 10 ਦੀ ਨਿਸ਼ਾਨਦੇਹੀ ਕਰੋ। ਅਤੇ ਤੁਰੰਤ ਉਹ ਪਾਣੀ ਤੋਂ ਬਾਹਰ ਆ ਰਿਹਾ ਸੀ। ਉਸਨੇ ਅਸਮਾਨ ਨੂੰ ਵਿਛੜਦੇ ਹੋਏ ਵੇਖਿਆ ਅਤੇ ਆਤਮਾ ਕਬੂਤਰ ਵਾਂਗ ਉਸਦੇ ਉੱਪਰ ਉਤਰ ਗਈ ਸੀ। ਆਓ ਅਸੀਂ ਹੁਣ ਫਿਰ 38ਵੀਂ ਆਇਤ ਵੱਲ ਮੁੜੀਏ ਅਤੇ ਬਾਕੀ ਲਿਖਤ ਨੂੰ ਦੇਖੋ ਜੋ ਕਹਿੰਦਾ ਹੈ, ਮੈਂ ਤੇ ਤੁਹਾਨੂੰ ਪਵਿੱਤਰ ਆਤਮਾ ਦਾ ਤੋਹਫਾ ਦਿੰਦਾ ਹਾਂ। ਤੁਹਾਨੂੰ ਪਵਿੱਤਰ ਆਤਮਾ ਦਾ ਤੋਹਫਾ ਮਿਲੇਗਾ। ਤੁਹਾਡੇ ਬਪਤਿਸਮੇ ਵਿੱਚ ਪਰਮੇਸ਼ਵਰ ਤੁਹਾਡੇ ਲਈ ਇੱਕ ਤੋਹਫਾ ਹੈ। ਤੁਸੀਂ ਸਾਫ਼ ਕਰ ਦਿੱਤੇ ਗਏ ਹੋ ਅਤੇ ਪਵਿੱਤਰ ਆਤਮਾ ਦੀ ਤੁਹਾਨੂੰ ਭੇਟ ਦਾ ਵਾਅਦਾ ਕੀਤਾ ਗਿਆ ਹੈ। ਤੁਹਾਡੇ ਜੀਵਨ ਵਿੱਚ ਤੁਹਾਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਉਹ ਜੀਵਨ ਦੀਆਂ ਪਰਖਾਂ ਰਾਹੀਂ ਤੁਹਾਡਾ ਨਿੱਜੀ ਸਹਾਇਕ ਹੋਵੇਗਾ। ਪਵਿੱਤਰ ਆਤਮਾ
ਸ਼ਾਸਤਰ ਵਿੱਚ ਪਵਿੱਤਰ ਆਤਮਾ ਦਾ ਨਿੱਜੀ ਰੂਪ ਵਿੱਚ ਵਰਣਨ ਕੀਤਾ ਗਿਆ ਹੈ। ਜਦੋਂ ਉਹ ਕਹਿੰਦਾ ਹੈ, ਉਹ ਸਾਨੂੰ ਸਿਖਾਉਂਦਾ ਹੈ, ਉਹ ਸਾਡਾ ਮਾਰਗਦਰਸ਼ਨ ਕਰਦਾ ਹੈ। ਪਵਿੱਤਰ ਆਤਮਾ ਦਾ ਤੋਹਫਾ ਕਿ ਕੇਵਲ ਪਰਮੇਸ਼ਰ ਵਫਾਦਾਰਾਂ ਈਸਾਈਆਂ ਨੂੰ ਸ਼ਕਤੀ ਦੇ ਰਿਹਾ ਹੈ ਜੋ ਕੁਝ ਉਸਨੇ ਸਾਨੂੰ ਕਰਨ ਲਈ ਕਿਹਾ ਹੈ ਤਾਂ ਜੋ ਅਸੀਂ ਉਹ ਸਭ ਕਰ ਸਕੀਏ। ਆਪਣੇ ਬਪਤਿਸਮੇ ਦੁਆਰਾ ਤੁਸੀਂ ਪਰਮੇਸ਼ਰ ਦੇ ਪਰਿਵਾਰ ਦੇ ਵਿੱਚ ਗੋਦ ਲਿੱਤੇ ਜਾਂਦੇ ਹੋ। ਅਸੀਂ ਵਿਸ਼ਵ ਭਰ ਵਿੱਚ ਵਿਸ਼ਵਾਸੀਆਂ ਦੇ ਇੱਕ ਸਰੀਰ ਦਾ ਹਿੱਸਾ ਬਣ ਜਾਂਦੇ ਹਾਂ। ਹੁਣ 41 ਆਇਤ ਦੇ ਵਿੱਚ, ਫਿਰ ਜੋ ਲੋਕ ਖੁਸ਼ੀ ਨਾਲ ਵਚਨ ਪ੍ਰਾਪਤ ਕਰਦੇ ਹਨ ਉਹਨਾਂ ਨੂੰ ਬਪਤਿਸਮਾ ਦਿੱਤਾ ਗਿਆ ਅਤੇ ਉਸ ਦਿਨ ਲਗਭਗ 3000 ਆਤਮਾਵਾਂ ਨੂੰ ਉਹਨਾਂ ਦੇ ਵਿੱਚ ਸ਼ਾਮਿਲ ਕਰ ਲਿੱਤਾ ਗਿਆ। ਬਹੁਤ ਸਾਰੇ ਲੋਕ ਹੈਰਾਨ ਹਨ ਕਿ ਬਪਤਿਸਮਾ ਚਰਚ ਦੀ ਮੈਂਬਰਸ਼ਿਪ ਨਾਲ ਕਿਵੇਂ ਸੰਬੰਧਿਤ ਹੈ। ਕੀ ਬਪਤਿਸਮਾ ਕੀਤੇ ਗਏ ਲੋਕ ਵੀ ਚਰਚ ਵਿੱਚ ਸ਼ਾਮਿਲ ਹੋਏ? ਆਓ ਅਸੀਂ 42 ਆਇਤ ਪੜ੍ਹੀਏ, ਉਸ ਤੋਂ ਪੜ੍ਹਨਾ ਜਾਰੀ ਰੱਖੀਏ। ਅਤੇ ਉਹ ਲਗਾਤਾਰ ਜਾਰੀ ਰਹੇ ਧਰਮ ਦੇ ਸਿਧਾਂਤ ਅਤੇ ਫੈਲੋਸ਼ਿਪ ਦੇ ਵਿੱਚ, ਰੋਟੀ ਤੋੜਨਾ ਅਤੇ ਪ੍ਰਾਰਥਨਾਵਾਂ ਵਿੱਚ। ਹੁਣ 47 ਤੇ ਹੇਠਾਂ ਜਾਓ। ਅਸੀਂ ਉੱਥੇ ਵੇਖਦੇ ਹਾਂ ਰਸੂਲਾਂ ਦੇ ਕਰਤੱਵ ਦੇ ਵਿੱਚ ਉਹ ਪਰਮੇਸ਼ਰ ਦੀ ਤਾਰੀਫ ਕਰ ਰਹੇ ਸਨ, ਉਸ ਦੀ ਸਤੁਤੀ ਕਰਦੇ ਹਨ ਅਤੇ ਸਾਰੇ ਲੋਕਾਂ ਦੇ ਨਾਲ ਮਿਹਰਬਾਨੀ ਉਹਨਾਂ ਦੇ ਉੱਤੇ ਕੀਤੀ ਗਈ ਅਤੇ ਪ੍ਰਭੂ ਨੂੰ ਰੋਜ਼ਾਨਾ ਚਰਚ ਦੇ ਵਿੱਚ ਉਹ ਸ਼ਾਮਿਲ ਹੁੰਦੇ ਸਨ ਜਿਨ੍ਹਾਂ ਨੂੰ ਬਚਾਇਆ ਗਿਆ ਸੀ ਪਰਮੇਸ਼ਰ ਦੇ ਆਤਮਾ ਦੇ ਦੁਆਰਾ। ਆਮੇਨ। ਤੁਹਾਡਾ ਬਪਤਿਸਮਾ ਉਸ ਦਾ ਪ੍ਰਤੀਕ ਹੈ ਜੋ ਤੁਸੀਂ ਚੁਣਿਆ ਹੈ ਤਾਂ ਜੋ ਰੱਬ ਦੇ ਵਿਸ਼ਵਾਸੀਆਂ ਦੇ ਸਰੀਰ ਦਾ ਹਿੱਸਾ ਬਣ ਜਾਓ। ਉਸ ਵਿੱਚ ਸਬਤ ਨੂੰ ਮੰਨਣਾ, ਹੁਕਮ ਦੀ ਪਾਲਣਾ ਕਰਨੀ, ਪਰਮੇਸ਼ਰ ਦੇ ਵਚਨ ਦੀ। ਐਡਵੈਂਟਿਸਟ ਈਸਾਈ ਲੋਕ, ਜਿਵੇਂ ਕਿ ਅਸੀਂ ਪੜ੍ਹਦੇ ਹਾਂ, ਉਹ ਲਗਾਤਾਰ ਜਾਰੀ ਰਹੇ ਜੋ ਕਿ ਧਰਮ 2000 ਦੇ ਸਿਧਾਂਤ ਤੇ ਫੈਲੋਸ਼ਿਪ ਵਿੱਚ ਹੈ। ਪਰਮੇਸ਼ਰ ਪੁੱਛਦਾ ਹੈ ਕਿ ਤੁਹਾਨੂੰ ਇੱਕ ਚਰਚ ਮਿਲਿਆ ਜੋ ਇੱਕ ਸੁਰਤਾ ਨਾਲ ਚੱਲਦੀ ਹੈ, ਉਸਦੇ ਵਚਨ ਦੇ ਉਪਦੇਸ਼ਾਂ ਨਾਲ। ਜੋ ਤੁਹਾਨੂੰ ਬਪਤਿਸਮਾ ਦਿੱਤਾ ਜਾਂਦਾ ਹੈ ਤਾਂ ਤੁਹਾਡੇ ਪਾਪ ਮਾਫ ਹੋ ਜਾਂਦੇ ਹਨ। ਨਾ ਸਿਰਫ ਤੁਹਾਡੀ ਜ਼ਿੰਦਗੀ ਨੂੰ ਸਾਫ਼ ਕੀਤਾ ਜਾਂਦਾ ਹੈ ਪਰ ਉਹ ਤੁਹਾਨੂੰ ਪਵਿੱਤਰ ਆਤਮਾ ਨਾਲ ਵੀ ਨਵਾਜ਼ਿਆ ਜਾਂਦਾ ਹੈ ਅਤੇ ਇੱਕ ਵਿਸ਼ਵ ਵਿਆਪੀ ਸਬਤ ਮੰਨਣ ਵਾਲੀ ਤੁਹਾਨੂੰ ਫੈਲੋਸ਼ਿਪ ਦਾ ਤੁਸੀਂ ਹਿੱਸਾ ਬਣ ਜਾਂਦੇ ਹੋ, ਇੱਕ ਅੰਤਰਰਾਸ਼ਟਰੀ ਵਿਸ਼ਵਾਸ ਦਾ ਭਾਈਚਾਰਾ। ਪਰਮੇਸ਼ਰ ਸਾਰੇ ਕੌਮੀਅਤਾਂ ਦੇ ਲੋਕਾਂ ਦੀ ਅਗਵਾਈ ਕਰਦਾ ਹੈ, ਸਾਰੀ ਭਾਸ਼ਾਵਾਂ ਵਿੱਚੋਂ ਅਤੇ ਸਾਰੇ ਧਾਰਮਿਕ ਪ੍ਰੇਰਨਾਵਾਂ ਦੇ ਨਾਲ ਉਸਦੇ ਆਖਰੀ ਦਿਨ ਅੰਤਿਮ ਅੰਦੋਲਨ ਤੱਕ। ਆਓ ਇਸ ਗੱਲ ਦੀ ਸਮੀਖਿਆ ਕਰੀਏ ਕਿ ਕਿਸੇ ਵਿਅਕਤੀ ਨੂੰ ਕਿਹੜੇ ਕਦਮ ਚੁੱਕਣ ਦੀ ਲੋੜ ਹੈ ਬਪਤਿਸਮਾ ਕੀਤੇ ਜਾਣ ਤੋਂ ਪਹਿਲਾਂ ਸਾਨੂੰ ਪਛਤਾਵਾ ਕਰਨਾ ਚਾਹੀਦਾ ਹੈ ਅਤੇ ਆਪਣੇ ਪਾਪ ਨੂੰ ਸੱਚੀ ਦੁੱਖ ਦੇ ਨਾਲ ਮੰਨਣਾ ਚਾਹੀਦਾ ਹੈ ਕਿ ਤੁਸੀਂ ਯੀਸ਼ੂ ਕੋਲ ਆਏ ਹੋ ਅਤੇ ਕਹੋ, ਰੱਬ, ਮੇਰਾ ਵਿਸ਼ਵਾਸ ਹੈ ਕਿ ਤੁਸੀਂ ਮੇਰੇ ਪਾਪਾਂ ਨੂੰ ਮਾਫ ਕਰ ਸਕਦੇ ਹੋ ਕਿਉਂਕਿ ਤੁਸੀਂ ਇਕੱਲੇ ਮੇਰੇ ਮੁਕਤੀਦਾਤਾ ਹੋ। ਜੇ ਤੁਸੀਂ ਹੈ ਤਾਂ ਇਹ ਤੁਸੀਂ ਪਹਿਲਾ ਕਦਮ ਚੁੱਕਿਆ ਹੈ ਤਾਂ ਇਹ ਤੁਹਾਡੇ ਵਿਸ਼ਵਾਸ ਦੀ ਯਾਤਰਾ ਦਾ ਪਹਿਲਾ ਕਦਮ ਹੈ। ਤੁਹਾਡੇ ਪਾਪਾਂ ਲਈ ਪਛਤਾਵਾ ਕਰਨਾ ਕਾਫੀ ਅਫਸੋਸ ਹੈ। ਤੁਸੀਂ ਆਪਣੀ ਪੁਰਾਣੀ ਜੀਵਨ ਸ਼ੈਲੀ ਤੋਂ ਦੂਰ ਰਹਿਣ ਲਈ ਤਿਆਰ ਹੋ। ਪਛਤਾਵੇ ਦਾ ਮਤਲਬ ਹੈ ਕਿ ਤੁਹਾਡੇ ਪਾਪਾਂ ਪ੍ਰਤੀ ਤੁਹਾਡਾ ਰਵੱਈਆ ਬਦਲ ਗਿਆ ਹੈ। ਤੁਸੀਂ ਹੁਣ ਇਹਨਾਂ ਨੂੰ ਨਹੀਂ ਕਰਨਾ ਚਾਹੁੰਦੇ ਹੋ। ਹੁਣ ਤੁਹਾਡੇ ਵੱਲ ਤੁਸੀਂ ਇਹਨਾਂ ਵੱਲ ਆਕਰਸ਼ਿਤ ਨਹੀਂ ਹੁੰਦੇ। ਦੂਜਾ, ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਸਵੀਕਾਰ ਕਰਨਾ ਚਾਹੀਦਾ ਹੈ ਕਿ ਯੀਸ਼ੂ ਸਾਡੇ ਜੀਵਨ ਦਾ ਮੁਕਤੀਦਾਤਾ ਅਤੇ ਪ੍ਰਭੂ ਦੋਵੇਂ ਹੈ ਅਤੇ ਅੰਤ ਵਿੱਚ ਸਾਨੂੰ ਸਿੱਖਣਾ ਜਾਰੀ ਰੱਖਣਾ ਚਾਹੀਦਾ ਹੈ ਅਤੇ ਹਿਦਾਇਤ ਪ੍ਰਾਪਤ ਕਰਨੀ ਚਾਹੀਦੀ ਹੈ ਬਾਈਬਲ ਦੇ ਵਿਸ਼ਵਾਸ ਦੀਆਂ ਜ਼ਰੂਰੀ ਚੀਜ਼ਾਂ ਵੱਲ। ਇੱਕ ਵਾਰ ਜੋ ਤੁਸੀਂ ਬਾਈਬਲ ਵਿਸ਼ਵਾਸ ਦੀ ਬੁਨਿਆਦੀ ਗੱਲਾਂ ਨੂੰ ਸਮਝਦੇ ਹੋ ਔਰ ਇੱਕ ਚੀਜ਼ ਤੁਹਾਨੂੰ ਸਮਝ ਆ ਜਾਂਦੀ ਹੈ ਉਸਦੇ ਵਚਨ ਦੀ ਜ਼ਰੂਰੀ ਸੱਚਾਈਆਂ ਨੂੰ, ਪਰਮੇਸ਼ਰ ਤੁਹਾਨੂੰ ਬਪਤਿਸਮਾ ਦੇਣ ਦਾ ਇਹ ਫੈਸਲਾ ਕਰਨ ਲਈ ਸੱਦਾ ਦਿੰਦਾ ਹੈ। ਬਹੁਤ ਸਾਰੇ ਲੋਕ ਬਾਲ ਬਪਤਿਸਮਾ ਬਾਰੇ ਹੈਰਾਨ ਹਨ। ਯਾਕੂਬ 4:17 ਸਾਨੂੰ ਦੱਸਦਾ ਹੈ, ਇਸ ਲਈ ਉਸ ਨੂੰ ਜੋ ਚੰਗਾ ਕਰਨਾ ਜਾਣਦਾ ਹੈ ਅਤੇ ਇਹ ਨਹੀਂ ਕਰਦਾ, ਇਹ ਉਸ ਲਈ ਪਾਪ ਹੈ। ਸਪਸ਼ਟ ਹੈ ਕਿ ਛੋਟੇ ਬੱਚਿਆਂ ਨੂੰ ਅਜੇ ਤੱਕ ਪਾਪ ਬਾਰੇ ਪਤਾ ਨਹੀਂ ਹੈ। ਉਹ ਕੋਈ ਸੁਚੇਤ ਫੈਸਲਾ ਨਹੀਂ ਕਰ ਸਕਦੇ। ਛੋਟੇ ਬੱਚੇ ਆਪਣੇ ਪਾਪਾਂ ਤੋਂ ਪਛਤਾਵਾ ਕਰਨ ਤੇ ਅਸਮਰਥ ਹੁੰਦੇ ਹਨ। ਬਾਈਬਲ ਵਿੱਚ ਬਾਲ ਬਪਤਿਸਮਾ ਕਦੇ ਵੀ ਨਹੀਂ ਦਿਖਾਇਆ ਗਿਆ। ਬਾਲ ਬਪਤਿਸਮੇ ਦਾ ਸਿਧਾਂਤ ਪੁਜਾਰੀ ਮੂਲ ਦਾ ਹੈ ਅਤੇ ਰੋਮਨ ਕੈਥੋਲਿਕ ਵਾਦ ਦੁਆਰਾ ਚਰਚ ਵਿੱਚ ਲਿਆਂਦਾ ਗਿਆ ਸੀ, ਜਿਵੇਂ ਕਿ ਜ਼ਿਆਦਾਤਰ ਕੈਥੋਲਿਕ ਸਿਧਾਂਤਾਂ ਦੀ ਤਰ੍ਹਾਂ। ਬਾਲ ਬਪਤਿਸਮੇ ਦਾ ਮੁੱਢ ਬੈਬੀਲੋਨੀਅਨ ਰਹੱਸਾਂ ਵਿੱਚੋਂ ਹੈ। ਬੈਬੀਲੋਨ ਵਿੱਚ ਨਵੇਂ ਜਨਮ ਨੂੰ ਬਾਲਾਂ ਦੇ ਬਪਤਿਸਮਾ ਦੁਆਰਾ ਸਨਮਾਨਿਤ ਕੀਤਾ ਗਿਆ। ਯੂਰਪੀ ਪੁਜਾਰੀਆਂ ਨੇ ਆਪਣੇ ਨਵੇਂ ਜੰਮੇ ਬੱਚਿਆਂ ਨੂੰ ਛਿੜਕਿਆ ਜਾਂ ਉਹਨਾਂ ਨੂੰ ਡੁਬੋ ਦਿੱਤਾ। ਅੱਜ ਵੀ ਕੁਝ ਇਲਾਕਿਆਂ ਵਿੱਚ ਬਪਤਿਸਮੇ ਲਈ ਇਹ ਵਰਤਿਆ ਜਾਂਦਾ ਪਵਿੱਤਰ ਪਾਣੀ ਹੈ। ਅਜੇ ਵੀ ਪੁਜਾਰੀ ਰੀਤੀ ਰਿਵਾਜ ਅਨੁਸਾਰ ਇਹ ਤਿਆਰ ਕੀਤਾ ਜਾਂਦਾ ਹੈ, ਜਿਸਨੇ ਇੱਕ ਮਸ਼ਾਲ ਨੂੰ ਪਾਣੀ ਵਿੱਚ ਸੁੱਟ ਦਿੱਤਾ। ਬਾਲ ਬਪਤਿਸਮੇ ਦੀ ਸ਼ੁਰੂਆਤ ਕਰਨ ਤੋਂ ਬਾਅਦ ਰੋਮਨ ਕੈਥੋਲਿਕ ਚਰਚ ਦਾ ਸਖਤ ਵਿਰੋਧ ਕੀਤਾ ਗਿਆ। ਬਪਤਿਸਮੇ ਦਿੱਤੇ
ਜਾਣ ਵਾਲੇ ਬਾਲਗਾਂ ਨੂੰ ਅਤੇ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ। ਇੱਕ ਕਿਤਾਬ ਦੇ ਵਿੱਚ ਰੋਮਵਾਦ ਦਾ ਇਤਿਹਾਸ ਪੰਨਾ 510 ਉਲੇਖ ਉਸ ਨੂੰ ਸਵੀਕਾਰ ਕਰਨ ਦੋ ਜੋ ਕਹਿੰਦਾ ਹੈ ਕਿ ਬਾਲਵਾਂ ਨੂੰ ਬਪਤਿਸਮਾ ਦੇਣਾ ਚਾਹੀਦਾ ਹੈ। ਅੰਧਾ ਵੱਲ ਪੇਸ਼ਕਾਰੀਆਂ ਦੀ ਇਸ ਲੜੀ ਦੌਰਾਨ ਤੁਸੀਂ ਪਰਮੇਸ਼ਵਰ ਦੇ ਵਚਨ ਤੋਂ ਨਵੀਆਂ ਸੱਚਾਈਆਂ ਸਿੱਖੀਆਂ ਹੋਣਗੀਆਂ। ਫਿਰ ਸਮਾਂ ਆ ਗਿਆ ਹੈ ਤਾਂ ਜੋ ਯੀਸ਼ੂ ਨੂੰ ਬਾਈਬਲ ਦੇ ਬਪਤਿਸਮੇ ਵਿੱਚ ਪਾ ਕੇ ਚੱਲਣ ਦਾ ਵਚਨ ਕੀਤਾ ਜਾਵੇ। ਪਰ ਜੇ ਤੁਹਾਨੂੰ ਪਹਿਲਾਂ ਹੀ ਬਪਤਿਸਮਾ ਦਿੱਤਾ ਗਿਆ ਹੈ ਤਾਂ ਕੀ ਹੋਵੇਗਾ? ਕਿ ਤੁਹਾਨੂੰ ਦੁਬਾਰਾ ਬਪਤਿਸਮਾ ਦੇਣ ਦੀ ਲੋੜ ਹੈ? ਬਾਈਬਲ ਵਿੱਚ ਇੱਕ ਉਦਾਹਰਨ ਹੈ ਜਦੋਂ ਲੋਕਾਂ ਨੂੰ ਮੁੜ ਬਪਤਿਸਮਾ ਦਿੱਤਾ ਗਿਆ। ਇਹ ਰਿਹਾ ਉਹ ਪੌਲੁਸ ਅਫੀਸਸ ਦੇ ਉੱਪਰਲੇ ਤੱਟ ਤੇ ਪ੍ਰਚਾਰ ਕਰ ਰਿਹਾ ਸੀ ਅਤੇ ਲੋਕਾਂ ਦਾ ਇੱਕ ਸਮੂਹ ਉਸ ਕੋਲ ਆਇਆ ਅਤੇ ਪ੍ਰੇਰਿਤਾਂ ਦੇ ਕੰਮ ਉਸਦੇ 19 ਵਿੱਚ ਲਿਖਿਆ ਹੈ ਕਿ ਤੋਂ 19 ਅਧਿਆਏ ਉਸਦੇ 2 ਆਇਤ 5 ਬਾਣੀਆਂ ਇਸ ਤਰ੍ਹਾਂ ਬਿਆਨ ਕਰਦੀਆਂ ਹਨ। ਪੌਲੁਸ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਪਵਿੱਤਰ ਆਤਮਾ ਮਿਲੀ ਹੈ ਜੋ ਤੁਸੀਂ ਵਿਸ਼ਵਾਸ ਕੀਤਾ ਸੀ। ਇਸ ਲਈ ਉਹਨਾਂ ਨੇ ਉਸ ਨੂੰ ਕਿਹਾ ਅਸੀਂ ਐਨਾ ਕੁਝ ਨਹੀਂ ਸੁਣਿਆ ਕਿ ਪਵਿੱਤਰ ਆਤਮਾ ਹੈ। ਅਤੇ ਉਸਨੇ ਉਹਨਾਂ ਨੂੰ ਕਿਹਾ ਤੈਨੂੰ ਕਿਸੇ ਚੀਜ਼ ਵਿੱਚ ਬਪਤਿਸਮਾ ਦਿੱਤਾ ਗਿਆ? ਇਸ ਉਹਨਾਂ ਨੇ ਕਿਹਾ ਯਹੂਨਾ ਦੇ ਬਪਤਿਸਮੇ ਵਿੱਚ। ਫਿਰ ਪੌਲੁਸ ਨੇ ਕਿਹਾ ਯਹੂਨਾ ਨੇ ਸੱਚਮੁੱਚ ਬਪਤਿਸਮਾ ਦਿੱਤਾ ਪਛਤਾਵੇ ਦੇ ਬਪਤਿਸਮੇ ਨਾਲ। ਲੋਕਾਂ ਨੂੰ ਇਹ ਕਹਿਣਾ ਹੈ ਕਿ ਉਹਨਾਂ ਨੂੰ ਉਸ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਉਸ ਦੇ ਪਿੱਛੋਂ ਕੌਣ ਆਵੇਗਾ ਯਾਨੀ ਕਿ ਮਸੀਹ ਯੀਸ਼ੂ ਬਾਰੇ। ਜਦੋਂ ਉਹਨਾਂ ਨੂੰ ਇਹ ਗੱਲ ਸੁਣੀ ਤਾਂ ਉਹਨਾਂ ਨੂੰ ਮੁੜ ਬਪਤਿਸਮਾ ਦਿੱਤਾ ਗਿਆ ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ। ਪੌਲੁਸ ਨੇ ਉਹਨਾਂ ਨੂੰ ਵਧੇਰੇ ਪੂਰੀ ਤਰ੍ਹਾਂ ਹਿਦਾਇਤ ਦਿੱਤੀ ਕਿ ਭਾਵੇਂ ਕਿ ਉਹਨਾਂ ਨੂੰ ਪਹਿਲਾਂ ਹੀ ਡੁਬੋ ਕੇ ਬਪਤਿਸਮਾ ਦਿੱਤਾ ਗਿਆ ਸੀ, ਪੌਲੁਸ ਨੇ ਉਹਨਾਂ ਨੂੰ ਡੁੱਬਣ ਨਾਲ ਮੁੜ ਬਪਤਿਸਮਾ ਦਿੱਤਾ। ਉਹ ਪਰਮੇਸ਼ਵਰ ਦੇ ਵਚਨ ਦੀ ਰੋਸ਼ਨੀ ਵਿੱਚ ਚੱਲਣਾ ਚਾਹੁੰਦੇ ਸਨ। ਇਸ ਦੇ 2 ਕਾਰਨ ਹਨ ਜੋ ਮੁੜ ਬਪਤਿਸਮੇ ਤੇ ਵਿਚਾਰ ਕਰਨ ਲਈ। ਕੋਈ ਵਿਅਕਤੀ ਮੁੜ ਬਪਤਿਸਮਾ ਕਰਨ ਦੀ ਇੱਛਾ ਰੱਖਦਾ ਹੈ ਜੇ ਕਦੇ ਉਹਨਾਂ ਦਾ ਬਪਤਿਸਮਾ ਕੀਤਾ ਜਾਵੇ ਪਰ ਮਸੀਹ ਨਾਲ ਆਪਣੀ ਜ਼ਿੰਦਗੀ ਛੱਡ ਦਿੱਤੀ। ਉਹ ਪਰਮੇਸ਼ਵਰ ਤੋਂ ਦੂਰ ਭਟਕ ਗਏ ਪਰ ਹੁਣ ਉਹ ਉਸ ਕੋਲ ਵਾਪਸ ਆਉਣ ਦੀ ਤਾਂਘ ਕਰਦੇ ਹਨ। ਜਦੋਂ ਵੀ ਤੁਸੀਂ ਪਾਪ ਕਰਦੇ ਹੋ ਤਾਂ ਤੁਹਾਨੂੰ ਦੁਬਾਰਾ ਬਪਤਿਸਮਾ ਨਹੀਂ ਮਿਲਦਾ, ਕਿਉਂਕਿ ਜੇ ਤੁਸੀਂ ਅਜਿਹਾ ਕੀਤਾ ਤਾਂ ਲੋਕ ਸੋਚਣਗੇ ਕਿ ਬਪਤਿਸਮੇ ਦੇ ਤਲਾਬ ਵਿੱਚ ਬਹੁਤ ਸਾਰਾ ਸਮਾਂ ਉਹਨਾਂ ਦਾ ਖਰਚ ਹੋ ਜਾਵੇਗਾ। ਪਰ ਜੇ ਤੁਸੀਂ ਜਾਣਬੁੱਝ ਕੇ ਮਸੀਹ ਤੋਂ ਪਿੱਛੇ ਮੁੜ ਜਾਂਦੇ ਹੋ, ਡੁੱਬਣ ਵਾਲਾ ਬਪਤਿਸਮਾ ਮੌਤ ਦਾ ਪ੍ਰਤੀਕ ਹੈ, ਜੀਵਨ ਦੇ ਪੁਰਾਣੇ ਢੰਗ ਤੱਕ ਅਤੇ ਨਵੇਂ ਤਰੀਕੇ ਨਾਲ ਪੁਨਰ ਸੁਰਜੀਤੀ। ਕਿ ਅੱਜ ਰਾਤ ਤੁਹਾਡੇ ਦਿਲ ਵਿੱਚ ਪਰਮੇਸ਼ਵਰ ਦਾ ਕੰਮ ਚੱਲ ਰਿਹਾ ਹੈ। ਸ਼ਾਇਦ ਤੁਸੀਂ ਬਹੁਤ ਸਾਲਾਂ ਤੋਂ ਤਿਲਕ ਗਏ ਹੋ, ਸ਼ਾਇਦ ਤੁਸੀਂ ਪਿੱਛੇ ਹਟ ਗਏ ਹੋ ਜਾਂ ਦੂਰ ਚਲੇ ਗਏ ਹੋ। ਇਹ ਠੀਕ ਹੈ। ਯੀਸ਼ੂ ਤੁਹਾਡੇ ਲਈ ਉਸ ਕੋਲ ਵਾਪਸ ਆਉਣ ਲਈ ਤਿਆਰ ਹੈ। ਉਸ ਦੀਆਂ ਬਾਹਾਂ ਖੁੱਲੀਆਂ ਹਨ ਤੁਹਾਡੇ ਲਈ। ਜਦੋਂ ਅਸੀਂ ਆਪਣੇ ਸੰਸਾਰ ਦੇ ਆਲੇ ਦੁਆਲੇ ਵੇਖਦੇ ਹਾਂ ਅਸੀਂ ਇਸ ਗੱਲ ਦੇ ਸੰਕੇਤ ਦੇਖਦੇ ਹਾਂ ਕਿ ਇਹ ਸੰਸਾਰ ਬਹੁਤ ਵੱਡਾ ਹੈ। ਯੀਸ਼ੂ ਮਸੀਹ ਛੇਤੀ ਹੀ ਵਾਪਸ ਆਉਣ ਲਈ ਆਪਣੇ ਲੋਕਾਂ ਨੂੰ ਤਿਆਰ ਕਰ ਰਿਹਾ ਹੈ। ਹੁਣ ਪ੍ਰਭੂ ਪ੍ਰਤੀ ਗੰਭੀਰ ਹੋਣ ਦਾ ਸਮਾਂ ਹੈ। ਆਪਣੇ ਮੁਕਤੀਦਾਤਾ ਕੋਲ ਵਾਪਸ ਆਓ ਅਤੇ ਮੁੜ ਬਪਤਿਸਮਾ ਲਓ। ਕੋਈ ਵੀ ਮੁੜ ਬਪਤਿਸਮਾ ਕਰਨ ਦੀ ਇੱਛਾ ਰੱਖ ਸਕਦਾ ਹੈ ਜੇ ਉਹ ਵਚਨਬੱਧ ਈਸਾਈ ਹਨ, ਜਿਨ੍ਹਾਂ ਨੇ ਪਰਮੇਸ਼ਵਰ ਦੇ ਵਚਨ ਵਿੱਚ ਨਵਾਂ ਸੱਚ ਲੱਭ ਲਿਆ ਹੈ ਅਤੇ ਉਸਦੇ ਹੁਕਮ ਪਾਲਣਾ ਕਰਨ ਵਾਲੇ ਲੋਕ ਬਣਨ ਦਾ ਹਿੱਸਾ ਸੋਚ ਲਿਆ ਹੈ ਔਰ ਇਹ ਉਹਨਾਂ ਦੀ ਇੱਛਾ ਹੈ। ਕੁਝ ਈਸਾਈ ਇਹ ਹਨ ਜੋ ਯੀਸ਼ੂ ਨੂੰ ਬਹੁਤ ਪਿਆਰ ਕਰਦੇ ਹਨ ਆਪਣੇ ਸਾਰੇ ਦਿਲਾਂ ਨਾਲ। ਜਦੋਂ ਬਾਈਬਲ ਦਾ ਅਧਿਐਨ ਕਰਦੇ ਹਨ ਅਤੇ ਨਵੀਂ ਸੱਚਾਈਆਂ ਸਿੱਖਦੇ ਹਨ ਜਿਵੇਂ ਕਿ ਯਹੂਨਾ ਦੇ ਸ਼ਾਗਿਰਦਾਂ ਨੇ ਕੀਤਾ ਸੀ, ਉਹ ਇਹਨਾਂ ਨਵੀਆਂ ਸੱਚਾਈਆਂ ਨੂੰ ਉਸ ਚੀਜ਼ ਵਿੱਚ ਜੋੜ ਦਿੰਦੇ ਹਨ ਜੋ ਪਹਿਲੇ ਤੋਂ ਹੀ ਵਿਸ਼ਵਾਸ ਕਰਦੇ ਹਨ। ਤੁਸੀਂ ਵੀ ਮੁੜ ਬਪਤਿਸਮੇ ਦੀ ਇੱਛਾ ਰੱਖ ਸਕਦੇ ਹੋ। ਜੇ ਤੁਹਾਡੀ ਇੱਛਾ ਹੈ ਮੁੜ ਬਪਤਿਸਮਾ ਦਿੱਤੇ ਜਾਣ ਦੀ ਤਾਂ ਇਹ ਬਾਈਬਲ ਤਰਜੀਹ ਹੈ। ਜੇ ਤੁਸੀਂ ਈਸਾਈ ਹੋ ਤਾਂ ਪਾਣੀ ਵਿੱਚ ਜਾ ਕੇ ਤੁਸੀਂ ਆਪਣੇ ਪਹਿਲਾਂ ਦੇ ਈਸਾਈ ਅਨੁਭਵ ਤੋਂ ਇਨਕਾਰ ਨਹੀਂ ਕਰ ਸਕਦੇ। ਜਦੋਂ ਹੀ ਉਹਨਾਂ ਨੇ ਸ਼ਾਗਿਰਦਾਂ ਨੂੰ ਮੁੜ ਬਪਤਿਸਮਾ ਦਿੱਤਾ, ਉਹਨਾਂ ਨੇ ਪਰਮੇਸ਼ਵਰ ਨਾਲ ਆਪਣੀ ਪਿਛਲੀ ਸੈਰ ਤੋਂ ਇਨਕਾਰ ਨਹੀਂ ਕੀਤਾ। ਬਪਤਿਸਮਾ ਕਿੰਨਾ ਮਹੱਤਵਪੂਰਨ ਹੈ। ਨਿਕੋਦੇਮਸ ਰਾਤ ਨੂੰ ਯੀਸ਼ੂ ਦੀ ਭਾਲ ਕਰਨ ਆਇਆ। ਸਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਬਪਤਿਸਮਾ ਬਹੁਤ ਮਹੱਤਵਪੂਰਨ ਹੈ। ਕਿ ਸਾਨੂੰ ਯਹੂਨਾ 3:5 ਦੇ ਸ਼ਬਦ ਵਿੱਚ ਜਿਵੇਂ ਦੱਸਿਆ ਗਿਆ ਹੈ, ਯੀਸ਼ੂ ਨੇ ਜਵਾਬ ਦਿੱਤਾ, ਸਭ ਤੋਂ ਵੱਧ ਯਕੀਨ ਨਾਲ ਮੈਂ ਤੈਨੂੰ ਕਹਿੰਦਾ ਹਾਂ, ਜਦ ਤੱਕ ਕਿ ਤੂੰ ਪਾਣੀ ਅਤੇ ਆਤਮਾ ਤੋਂ ਪੈਦਾ ਨਹੀਂ ਹੁੰਦਾ ਉਹ ਪਰਮੇਸ਼ਵਰ ਦੇ ਰਾਜ ਵਿੱਚ ਨਹੀਂ ਆ ਸਕਦਾ। ਯੀਸ਼ੂ ਨੇ ਕਿਹਾ ਕਿ ਮੁਕਤੀ ਲਈ ਪਾਣੀ ਦਾ ਬਪਤਿਸਮਾ ਜ਼ਰੂਰੀ ਹੈ। ਯੀਸ਼ੂ ਦਾ ਕ੍ਰਾਸ ਜੋ ਕਿ ਅਨਮੋਲ ਮਹੱਤਵ ਰੱਖਦਾ ਹੈ, ਨਵੇਂ ਨਿਯਮ ਵਿੱਚ 28 ਵਾਰ ਉਸ ਦਾ ਜ਼ਿਕਰ ਕੀਤਾ ਗਿਆ ਹੈ, ਜਦ ਕਿ 100 ਤੋਂ ਵੱਧ ਵਾਰ ਬਪਤਿਸਮੇ ਦਾ ਜ਼ਿਕਰ ਕੀਤਾ ਗਿਆ ਹੈ। ਕਿਸੇ ਨੂੰ ਵੀ ਇਸ ਨੂੰ ਗੈਰ ਜ਼ਰੂਰੀ ਨਹੀਂ ਸਮਝਣਾ ਚਾਹੀਦਾ। ਧਰਮ ਪਰਿਵਰਤਨ ਮੌਕੇ ਤੇ ਵਿਅਕਤੀ ਵਿੱਚ ਤਬਦੀਲੀ ਉਹ ਇੱਕ ਬਹੁਤ ਹੀ ਗੈਰ ਮਖਿਆਲੀ ਅਤੇ ਮਹੱਤਵਪੂਰਨ ਹੈ। ਯੀਸ਼ੂ ਮਨੁੱਖਾਂ ਦੀ ਲੋੜਾਂ ਨੂੰ ਜਾਣਦਾ ਹੈ। ਉਹ ਜਾਣਦਾ ਹੈ ਕਿ ਸਾਨੂੰ ਦੁਬਾਰਾ ਸ਼ੁਰੂ ਕਰਨ ਦੇ ਨੁਕਤਿਆਂ ਦੀ ਲੋੜ ਹੈ।
ਘਟਨਾ ਦੀਆਂ ਤਾਰੀਖਾਂ ਬਹੁਤ ਮਹੱਤਵਪੂਰਨ ਹਨ ਤਾਂ ਜੋ ਅਸੀਂ ਉਹਨਾਂ ਵੱਲ ਪਿੱਛੇ ਮੁੜ ਕੇ ਦੇਖ ਸਕੀਏ। ਵਿਆਹ ਦੀ ਰਸਮ ਨਾਲ ਵੀ ਇਵੇਂ ਹੀ ਹੁੰਦਾ ਹੈ। ਇਹ ਇੱਕ ਗੱਲ ਦੀ ਤਾਰੀਖ ਤੈਅ ਕਰਦੇ ਹਨ ਕਿ ਸਾਡਾ ਜੀਵਨ ਸਾਥਣ ਲਈ ਸਾਡੀ ਨਵੀਂ ਜ਼ਿੰਦਗੀ ਕਦੋਂ ਸ਼ੁਰੂ ਹੋਊਗੀ। ਅਸੀਂ ਪਿਆਰ ਅਤੇ ਭਗਤੀ ਦੀ ਜਨਤਕ ਵਚਨਬੱਧਤਾ ਕਰਦੇ ਹਾਂ। ਬਾਈਬਲ ਮਰਕੁਸ 16 ਵਿੱਚ ਕਹਿੰਦੀ ਹੈ, ਜੋ ਵਿਸ਼ਵਾਸ ਕਰਦਾ ਹੈ ਅਤੇ ਬਪਤਿਸਮਾ ਲੈਂਦਾ ਹੈ ਉਹ ਬਚਾਇਆ ਜਾਵੇਗਾ। ਸ਼ਾਸਤਰ ਸਾਡੀ ਸੁਰੱਖਿਆ ਤੇ ਯਕੀਨੀ ਮਾਰਗਦਰਸ਼ਨ ਹੈ ਅਤੇ ਉਹਨਾਂ ਰਾਹੀਂ ਅਸੀਂ ਅਨੁਸਰਨ ਕਰਦੇ ਹਾਂ ਯਿਸੂ ਦੇ ਚਰਨਾਂ ਵਿੱਚ, ਜੋ ਕਿ ਸਾਡਾ ਮੁਕਤੀ ਦਾਤਾ ਹੈ। ਸ਼ੁਭ ਸਮਾਚਾਰ ਅਤੇ ਵਿਸ਼ਵਾਸ ਕਰਨਾ ਹੀ ਸਿਰਫ ਕਾਫੀ ਨਹੀਂ ਹੈ, ਇਸ ਨੂੰ ਜਿਉਣਾ ਪੈਣਾ ਹੈ। ਦੂਜਾ ਕੁਰਿੰਥੀਓ 6 ਔਰ 2 ਆਇਤ 'ਚ ਲਿਖਿਆ ਹੈ, ਦੇਖੋ ਹੁਣ ਸਵੀਕਾਰ ਕੀਤਾ ਸਮਾਂ ਹੈ, ਦੇਖੋ ਹੁਣ ਮੁਕਤੀ ਦਾ ਦਿਨ ਹੈ। ਦੋਸਤੋ, ਤੁਹਾਨੂੰ ਉਡੀਕ ਕਰਨ ਦੀ ਕੋਈ ਲੋੜ ਨਹੀਂ ਹੈ। ਹੁਣ ਯਿਸੂ ਪ੍ਰਤੀ ਤੁਹਾਡੀ ਵਚਨਬੱਧਤਾ ਨੂੰ ਸੀਲ ਕਰਨ ਦਾ ਦਿਨ ਹੈ ਤੁਹਾਡੇ ਦਿਲ ਦੇ ਵਿੱਚ। ਪ੍ਰੇਰਿਤਾਂ ਦੇ ਕੰਮ 22 ਔਰ 16 ਵਿੱਚ ਲਿਖਿਆ, ਅਤੇ ਹੁਣ ਤੁਸੀਂ ਉਡੀਕ ਕਿਉਂ ਕਰ ਰਹੇ ਹੋ? ਉਠੋ ਅਤੇ ਬਪਤਿਸਮਾ ਲਓ ਅਤੇ ਆਪਣੇ ਪਾਪਾਂ ਨੂੰ ਧੋਵੋ ਪ੍ਰਭੂ ਦੇ ਨਾਮ ਤੇ। ਸਾਰਾ ਸਵਰਗ ਉਡੀਕ ਕਰ ਰਿਹਾ ਹੈ ਤੁਹਾਡੇ ਲਈ, ਤੁਹਾਡੇ ਇੱਕ ਸਟੈਂਡ ਲਈ ਜੋ ਯਿਸੂ ਲਈ ਤੁਸੀਂ ਲੈਣਾ ਹੈ। ਦੋਸਤੋ, ਬਪਤਿਸਮੇ ਵਿੱਚ ਇੱਕ ਵਿਅਕਤੀ ਮਸੀਹ ਨਾਲ ਇਕਜੁੱਟ ਹੋ ਜਾਂਦਾ ਹੈ। ਗਲਾਤੀਆਂ 3:27 ਇਸ ਤਰ੍ਹਾਂ ਕਹਿੰਦੀ ਹੈ, ਤੁਹਾਡੇ ਵਿੱਚੋਂ ਜਿੰਨੇ ਲੋਕਾਂ ਨੂੰ ਮਸੀਹ ਵਿੱਚ ਬਪਤਿਸਮਾ ਦਿੱਤਾ ਗਿਆ ਸੀ ਉਹ ਮਸੀਹ ਨੂੰ ਪਾ ਦਿੱਤਾ ਹੈ। ਬਪਤਿਸਮਾ ਇੱਕ ਈਸਾਈ ਲਈ ਓਨਾ ਹੀ ਜ਼ਰੂਰੀ ਹੈ ਜਿੰਨਾ ਵਿਆਹ। ਦੋਵੇਂ ਰਸਮਾਂ ਲਾਜ਼ਮੀ ਤੌਰ ਤੇ ਡੂੰਘੇ ਬੈਠੇ ਪਿਆਰ ਤੇ ਆਧਾਰਿਤ ਹੋਣੀਆਂ ਚਾਹੀਦੀਆਂ ਹਨ ਅਤੇ ਜੇ ਉਹ ਅਰਥਪੂਰਨ ਹੋਣ ਤਾਂ ਪੂਰੀ ਸਮਝ ਦੇ ਨਾਲ। ਬਪਤਿਸਮੇ ਤੋਂ ਇਨਕਾਰ ਕਰਨਾ ਮਸੀਹ ਨਾਲ ਇਕਜੁੱਟ ਹੋਣ ਤੋਂ ਇਨਕਾਰ ਕਰਨਾ ਹੈ। ਬਪਤਿਸਮਾ ਇੱਕ ਜਨਤਕ ਘੋਸ਼ਣਾ ਹੈ ਯਿਸੂ ਨਾਲ ਸਾਡੇ ਰਿਸ਼ਤੇ ਦੀ। ਦੂਜਾ ਕੁਰਿੰਥੀਓ 5:17 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ, ਇਸ ਲਈ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਇੱਕ ਨਵੀਂ ਰਚਨਾ ਹੈ, ਪੁਰਾਣੀਆਂ ਚੀਜ਼ਾਂ ਬੀਤ ਗਈਆਂ ਹਨ, ਦੇਖੋ ਸਾਰੀਆਂ ਚੀਜ਼ਾਂ ਨਵੀਆਂ ਹੋ ਗਈਆਂ ਹਨ। ਕੀ ਤੁਸੀਂ ਨਵੇਂ ਬਣਨ ਦੀ ਇੱਛਾ ਰੱਖਦੇ ਹੋ? ਕੀ ਤੁਹਾਡਾ ਦਿਲ ਇਸ ਸਮੇਂ ਤੁਹਾਨੂੰ ਯਿਸੂ ਵੱਲ ਖਿੱਚ ਰਿਹਾ ਹੈ? ਕੀ ਤੁਸੀਂ ਉਸਨੂੰ ਆਪਣੇ ਪਹਿਲੇ ਨੰਬਰ ਦੀ ਤਰਜੀਹ ਬਣਾਉਣਾ ਚਾਹੁੰਦੇ ਹੋ? ਕੀ ਤੁਸੀਂ ਕਹਿ ਰਹੇ ਹੋ, ਹਾਂ ਰੱਬਾ, ਮੈਂ ਤੁਹਾਡੇ ਲਈ ਫੈਸਲਾ ਕਰਨਾ ਚਾਹੁੰਦਾ ਹਾਂ ਜਾਂ ਚਾਹੁੰਦੀ ਹਾਂ, ਮੈਂ ਬਾਈਬਲ ਬਪਤਿਸਮੇ ਵਿੱਚ ਤੁਹਾਡੇ ਪਿੱਛੇ ਪਿੱਛੇ ਚੱਲਣਾ ਚਾਹੁੰਦੀ ਹਾਂ? ਦੋਸਤੋ, ਤੁਹਾਨੂੰ ਕੀ ਰੋਕ ਰਿਹਾ ਹੈ? ਕਿ ਤੁਸੀਂ ਇੱਕ ਵਚਨਬੱਧਤਾ ਕਰਨ ਤੋਂ ਡਰਦੇ ਹੋ? ਕਿ ਤੁਸੀਂ ਆਪਣੇ ਫੈਸਲੇ ਦੀ ਲਾਗਤ ਤੋਂ ਡਰਦੇ ਹੋ? ਕੀ ਤੁਸੀਂ ਸੋਚ ਰਹੇ ਹੋ ਕਿ ਫੈਸਲੇ ਦੀ ਕੀਮਤ ਬਹੁਤ ਜ਼ਿਆਦਾ ਹੈ? ਕਿ ਇਸ ਨਾਲ ਮੈਨੂੰ ਬਹੁਤ ਜ਼ਿਆਦਾ ਖਰਚ ਆਵੇਗਾ? ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਅਸੀਂ ਇੱਕ DMHD ਦੇ ਸਰਹੱਦ ਤੇ ਫਿਲਮ ਬਣਾਈ। ਉੱਤਰੀ ਅਤੇ ਦੱਖਣ ਕੋਰੀਆ ਦੇ ਵਿਚਕਾਰ ਉੱਤਰੀ ਕੋਰੀਆ ਤੇ ਚੀਨ ਦੀ ਸਰਹੱਦ ਤੇ ਇੱਕ ਨਦੀ ਹੈ। ਉੱਤਰੀ ਕੋਰੀਆ ਦੇ ਲੋਕ ਇਸ ਨਦੀ ਨੂੰ ਤੈਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਚੀਨ ਤੋਂ ਬਚ ਕੇ ਨਿਕਲ ਸਕਣ। ਉੱਤਰੀ ਕੋਰੀਆ ਦਾ 3 ਹੜਤਾਲ ਨਿਯਮ ਹੈ। ਜੇ ਕੋਈ ਇੱਕ ਵਾਰ ਬਚ ਜਾਂਦਾ ਹੈ ਤਾਂ ਫੜਿਆ ਜਾਂਦਾ ਹੈ, ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਅਤੇ ਕੈਦ ਕਰ ਦਿੱਤੇ ਜਾਂਦੇ ਹਨ ਉਹ ਲੋਕ। ਦੂਜੀ ਵਾਰ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਹੈ। ਜੋ ਤੀਜੀ ਵਾਰ ਫੜੇ ਜਾਂਦੇ ਹਨ ਤਾਂ ਉਹਨਾਂ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ। ਕਿਮ ਨਾਂ ਦੀ ਇੱਕ ਲੇਡੀ ਸੀ ਜੋ ਆਜ਼ਾਦੀ ਦੀ ਲਾਲਸਾ ਵਿੱਚ ਸੀ। ਉਹ ਮੰਗੋਲੀਆ ਜਾਣਾ ਚਾਹੁੰਦੀ ਸੀ ਤਾਂ ਜੋ ਦੱਖਣ ਕੋਰੀਆ ਜਾ ਸਕੇ। ਉਸਨੇ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਵਾਪਸ ਭੇਜਣ ਲਈ ਪੈਸੇ ਕਮਾਉਣ ਦੀ ਯੋਜਨਾ ਬਣਾਈ। ਜਦੋਂ ਕਿਮ ਬਚ ਗਈ, ਉਹ ਈਸਾਈ ਨਹੀਂ ਸੀ ਅਤੇ ਉਹ ਪਰਮੇਸ਼ਵਰ ਨੂੰ ਨਹੀਂ ਸੀ ਜਾਣਦੀ। ਪਹਿਲੀ ਵਾਰ ਉਹ ਫੜੀ ਗਈ, ਉਸਨੂੰ ਵਾਪਸ ਭੇਜ ਦਿੱਤਾ ਗਿਆ ਤੇ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਹਨਾਂ ਨੇ ਉਸਨੂੰ ਚੇਤਾਵਨੀ ਦਿੱਤੀ ਕਿ ਇਸਨੂੰ ਦੁਬਾਰਾ ਨਾ ਆਜ਼ਮਾਇਓ, ਜੋ ਤੁਹਾਡੇ ਨਾਲ ਹੋਰ ਵੀ ਕੁਝ ਬੁਰਾ ਵਾਪਰ ਸਕਦਾ ਹੈ। ਕੀ ਤੁਸੀਂ ਸੋਚਦੇ ਹੋ ਕਿ ਇਸਨੇ ਕਿਮ ਨੂੰ ਰੋਕ ਦਿੱਤਾ? ਨਹੀਂ, ਉਸਨੇ ਦੂਜੀ ਵਾਰ ਫਿਰ ਕੋਸ਼ਿਸ਼ ਕੀਤੀ। ਹਨੇਰੇ ਦੇ ਘੇਰੇ ਵਿੱਚੋਂ ਜਾ ਰਹੀ ਸੀ, ਪਰ ਫਿਰ ਉਸਨੂੰ ਕਿਸੇ ਨੇ ਫੜ ਲਿਆ ਅਤੇ ਉਸਨੂੰ ਹੋਰ ਸਖਤ ਸਜ਼ਾ ਦਿੱਤੀ ਗਈ। ਉਹਨਾਂ ਨੇ ਉਸਨੂੰ ਸਖਤ ਚੇਤਾਵਨੀ ਦਿੱਤੀ, ਕਿਮ, ਜੇ ਤੁਸੀਂ ਦੁਬਾਰਾ ਇਸ ਨੂੰ ਅਜਮਾਓਗੇ ਤਾਂ ਤੁਹਾਨੂੰ ਫਾਂਸੀ ਦੇ ਦਿੱਤੀ ਜਾਵੇਗੀ। ਦੁਬਾਰਾ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਨਾ ਕਰੋ। ਪਰ ਕਿਮ ਆਜ਼ਾਦੀ ਕਿਸੇ ਵੀ ਚੀਜ਼ ਤੋਂ ਵੱਧ ਚਾਹੁੰਦੀ ਸੀ, ਇਸ ਲਈ ਤੀਜੀ ਵਾਰ ਉਸਦੀ ਜਾਨ ਉਸਨੇ ਫਿਰ ਖਤਰੇ ਤੇ। ਅੱਧੀ ਰਾਤ ਨੂੰ ਉਸ ਫਿਰ ਨਦੀ ਵਿੱਚ ਤੈਰਦੀ ਹੋਈ ਗਈ। ਇਸ ਵਾਰ ਉਹ ਦੂਜੇ ਪਾਸੇ ਪਹੁੰਚ ਗਈ। ਉਸਨੇ ਚੀਨੀ ਸਰਹੱਦ ਵੱਲ ਆਪਣਾ ਰਾਹ ਲੱਭ ਲਿਆ, ਜਿੱਥੇ ਇਹ ਬਹੁਤ ਹੀ ਦਿਆਲੂ ਚੀਨੀ ਪਰਿਵਾਰ ਨੇ ਉਸਨੂੰ ਆਪਣੇ ਘਰ ਦੇ ਵਿੱਚ ਲੁਕਾ ਲਿਆ। ਜਦੋਂ ਕਈ ਮਹੀਨਿਆਂ ਤੱਕ ਉੱਥੇ ਰਹੀ ਇੰਨੇ ਪਿਆਰੇ ਲੋਕਾਂ ਦੇ ਨਾਲ, ਉਸਨੂੰ ਇੱਕ ਰੇਡੀਓ ਮਿਲ ਗਿਆ। ਜਦੋਂ ਉਹ ਰੇਡੀਓ ਨੂੰ ਟਿਊਨ ਕਰ ਰਹੀ ਸੀ
ਉਸਨੇ ਆਪਣੀ ਕੋਰੀਆ ਭਾਸ਼ਾ ਦੇ ਜਾਣੇ ਪਛਾਣੇ ਸ਼ਬਦ ਸੁਣੇ। ਹੁਣ ਇਸ ਪ੍ਰੈਜੈਂਟੇਸ਼ਨ ਨੂੰ ਪੂਰਾ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਕਿਮ ਦੇ ਬਚਨ ਬਾਰੇ ਸਾਡੀ ਐਡਵੈਂਟਿਸਟ ਵਰਲਡ ਰੇਡੀਓ ਲਘੂ ਫਿਲਮ, ਜੋ ਇਹ ਦਰਸਾਵੇਗਾ ਕਿ ਇੱਕ ਔਰਤ ਨੇ ਕਿਸ ਚੀਜ਼ ਵਿੱਚੋਂ ਗੁਜ਼ਰਨ ਦੀ ਚੋਣ ਕੀਤੀ ਯੀਸ਼ੂ ਦੇ ਪਿਆਰ ਦੇ ਲਈ। ਇੱਕ ਰਾਤ ਮੇਰੇ ਚਰਚ ਵਿਖੇ ਇੱਕ ਅਣਜਾਣ ਔਰਤ ਅੰਦਰ ਦਾਖਲ ਹੋਈ ਅਤੇ ਪਿੱਠ ਦੇ ਨੇੜੇ ਬੈਠ ਗਈ। ਉਸ ਦੇ ਚਿਹਰੇ ਤੇ ਉਸ ਦੀ ਜਵਾਨੀ ਨੂੰ ਛੁਪਾ ਕੇ ਰੱਖਣ ਲਈ ਸਖਤ ਲਾਈਨਾਂ ਲੱਗੀਆਂ ਹੋਈਆਂ ਸਨ। ਮੈਂ ਸੋਚ ਰਿਹਾ ਸੀ ਕਿ ਇਹ ਕੌਣ ਹੈ। ਅਜਨਬੀ ਇੱਕ ਪੌ ਤੇ ਇਕੱਲਾ ਬੈਠਾ ਸੀ ਅਤੇ ਹਰ ਕੋਈ ਜਾਣ ਤੋਂ ਬਾਅਦ ਪਾਦਰੀ ਉਸ ਦੇ ਨਾਲ ਆ ਗਿਆ। ਉਸਨੇ ਮੰਨਿਆ ਮੈਂ ਉੱਤਰੀ ਕੋਰੀਆ ਤੋਂ ਬਚ ਗਿਆ ਅਤੇ ਮੈਂ ਚੀਨ ਵਿੱਚ ਸੁਰੱਖਿਅਤ ਨਹੀਂ ਹਾਂ, ਪਰ ਮੇਰੀ ਇੱਕ ਬੇਨਤੀ ਹੈ। ਉਸਨੇ ਕਿਹਾ ਕਿ ਤੂੰ ਮੈਨੂੰ ਬਪਤਿਸਮਾ ਦੇਵੇਂਗਾ। ਕੀ ਤੁਹਾਨੂੰ ਪਤਾ ਹੈ ਕਿ ਬਪਤਿਸਮੇ ਦਾ ਕੀ ਮਤਲਬ ਹੈ? ਮੈਂ ਸਵਾਲ ਕੀਤਾ। ਹਾਂ, ਉਸਦਾ ਦ੍ਰਿੜ ਜਵਾਬ ਸੀ। ਮੈਂ ਰੇਡੀਓ ਰਾਹੀਂ ਯੀਸ਼ੂ ਬਾਰੇ ਸਿੱਖਿਆ। ਲੁਕਦੇ ਸਮੇਂ ਇਸ ਪਿਆਰੀ ਔਰਤ ਨੂੰ ਇੱਕ ਰੇਡੀਓ ਮਿਲਿਆ ਅਤੇ ਟਿਊਨਿੰਗ ਰੁਕ ਗਈ ਸੀ ਜਦੋਂ ਉਸਨੇ ਬਿਟ ਸੁਣੇ, ਕਿਸੇ ਜਾਣੀ ਪਛਾਣੀ ਕੋਰੀਆ ਭਾਸ਼ਾ ਦੀ ਆਵਾਜ਼ ਸੁਣੀ। ਇਹ ਇੱਕ ਆਸ ਦੀ ਆਵਾਜ਼ ਸੀ ਐਡਵੈਂਟਿਸਟ ਵਰਲਡ ਰੇਡੀਓ ਦੇ ਰਾਹੀਂ। ਇਹ ਖੋਜ ਛੇਤੀ ਹੀ ਮੁੜ ਗਈ ਉਸਦਾ ਇਕੱਲਾਪਨ ਅਤੇ ਡਰ, ਹਿੰਮਤ ਤੇ ਆਸ ਵਿੱਚ, ਜਿਵੇਂ ਕਿ ਉਸਨੇ ਉਸ ਵਿਅਕਤੀ ਬਾਰੇ ਜਾਣਿਆ ਜੋ ਚਲਾ ਗਿਆ ਅਤੇ ਸਭ ਦੀ ਮੁਕਤੀ ਦੇ ਲਈ ਉਹ ਮਰ ਗਿਆ। ਇੱਕ ਦਿਨ ਵਾਪਸ ਜਾਣ ਲਈ ਉਸਦੇ ਦਿਲ ਵਿੱਚ ਇੱਕ ਲਾਲਸਾ ਪੈਦਾ ਹੋਈ ਅਤੇ ਉਹ ਜੋ ਕੁਝ ਸਿੱਖ ਰਹੀ ਸੀ ਉਸਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕਰਨ ਦੇ ਲਈ, ਤਾਂ ਜੋ ਉੱਤਰੀ ਕੋਰੀਆ ਉਹ ਜਾ ਕੇ ਉਹਨਾਂ ਨਾਲ ਸਾਂਝਾ ਕਰੇ। ਅਸੀਂ ਇੱਕ ਹਫ਼ਤੇ ਲਈ ਬਾਈਬਲ ਦਾ ਅਧਿਐਨ ਕੀਤਾ ਅਤੇ ਉਹ ਹਰ ਸ਼ਬਦ ਭਿੱਜੀ ਹੋਈ ਸੀ। ਤੁਸੀਂ ਕਮਰੇ ਵਿੱਚ ਪਵਿੱਤਰ ਆਤਮਾ ਦੀ ਮੌਜੂਦਗੀ ਮਹਿਸੂਸ ਕਰ ਸਕਦੇ ਸੀ। ਇੱਕ ਹਫ਼ਤੇ ਦੀ ਪੜ੍ਹਾਈ ਤੋਂ ਬਾਅਦ ਗੁਪਤ ਬਪਤਿਸਮਾ ਉਸਨੂੰ ਦਿੱਤਾ ਗਿਆ। ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਸਨ ਅਤੇ ਹੋਰ ਕੋਈ ਨਿਰਮਾਈ ਨਾਲ ਭਜਨ ਬੋਲ ਰਿਹਾ ਸੀ ਤਾਂ ਜੋ ਉਸਨੂੰ ਹੀ ਸਿਰਫ ਸੁਣਿਆ ਜਾ, ਅਤੇ ਇਕੱਲਾ ਬਾਥਟਬ ਵਿੱਚ ਇਸ ਉੱਤਰੀ ਕੋਰੀਆਈ ਔਰਤ ਦਾ ਬਪਤਿਸਮਾ ਹੋਇਆ। ਹੰਝੂਆਂ ਨਾਲ ਭਰੀਆਂ ਗੱਲਾਂ ਅਤੇ ਅੱਖਾਂ ਨਾਲ ਉਸਨੇ ਆਪਣੀ ਵਫ਼ਾਦਾਰੀ ਦਾ ਐਲਾਨ ਕਰਕੇ ਪਰਮੇਸ਼ਵਰ ਦੇ ਪਿੱਛੇ ਚੱਲਣ ਦਾ ਫੈਸਲਾ ਕੀਤਾ। ਉਸ ਦੇ ਬਪਤਿਸਮੇ ਤੋਂ ਬਾਅਦ ਉਸਨੂੰ ਇੱਕ ਆਜ਼ਾਦੀ ਦੀ ਇੱਛਾ ਜ਼ਾਹਿਰ ਕੀਤੀ ਅਤੇ ਬਾਈਬਲ ਦਾ ਅਧਿਐਨ ਕਰਨ ਦੀ ਯੋਗਤਾ ਦੱਖਣੀ ਕੋਰੀਆ ਦੇ ਐਡਵੈਂਟਿਸਟ ਯੂਨੀਵਰਸਿਟੀ ਦੇ ਵਿਖੇ ਉਸ ਰਾਤ ਉਹ ਪੈਦਲ ਹੀ ਚਲੀ ਗਈ। ਕੁਝ ਸਮੇਂ ਬਾਅਦ ਮੈਨੂੰ ਇੱਕ ਫੋਨ ਆਇਆ। ਦੂਜੀ ਲਾਈਨ ਤੇ ਆਵਾਜ਼ ਬੁੜਬੁੜਾਉਂਦੇ ਹੋਏ ਬੋਲੀ, ਮੈਂ ਸੁਰੱਖਿਅਤ ਸਰਹੱਦ ਤੇ ਪਹੁੰਚ ਗਈ ਹਾਂ। ਅੱਜ ਰਾਤ ਹੈ, ਕਿਰਪਾ ਕਰਕੇ ਮੇਰੇ ਲਈ ਪ੍ਰਾਰਥਨਾ ਕਰੋ। ਮੈਂ ਸਿਰਫ ਇਹ ਸੋਚ ਸਕਦੀ ਸੀ ਕਿ ਡਰਾਈਵਰ ਦੀਆਂ 8 ਲੜੀਆਂ ਸਨ ਕਿ ਉਹ ਉਸਨੂੰ ਬਣਾਵੇਗੀ। ਬਦਕਿਸਮਤੀ ਨਾਲ ਉਸ ਰਾਤ ਉਹ ਸਰਹੱਦ ਪਾਰ ਨਹੀਂ ਕਰ ਸਕੀ, ਪਰ ਚੀਨੀ ਸੈਨਿਕਾਂ ਨੇ ਉਸਨੂੰ ਲੱਭ ਲਿਆ, ਜਿਸਨੇ ਉਸਨੂੰ ਆਪਣੇ ਜਨਮ ਦੇ ਦੇਸ਼ ਵਾਪਸ ਭੇਜ ਦਿੱਤਾ, ਜਿੱਥੇ ਉਸਨੂੰ ਫਾਂਸੀ ਦਿੱਤੀ ਗਈ। ਇਹ ਖਬਰ ਸੁਣ ਕੇ ਮੈਂ ਬਹੁਤ ਦੁਖੀ ਹੋਇਆ। ਮੈਂ ਉਹਨਾਂ ਖੁਸ਼ੀਆਂ ਭਰੀਆਂ ਅੱਖਾਂ ਨੂੰ ਦੁਬਾਰਾ ਕਦੇ ਨਹੀਂ ਦੇਖਾਂਗਾ। ਮੈਨੂੰ ਯਾਦ ਸੀ ਕਿ ਉਸਨੇ ਮੈਨੂੰ ਕੀ ਕਿਹਾ ਸੀ, ਭਾਵੇਂ ਮੈਨੂੰ ਫੜ ਲਿਆ ਜਾਵੇ, ਮੈਂ ਮੁਕਤੀ ਦੀ ਆਸ ਨਾਲ ਮਰਾਂਗੀ। ਉਸਨੇ ਆਜ਼ਾਦੀ ਦੀ ਮੰਗ ਕੀਤੀ ਅਤੇ ਜੋ ਕੁਝ ਉੱਤਰੀ ਨਾਰਕੀ ਸੈਨਿਕਾਂ ਨੂੰ ਨਹੀਂ ਸੀ ਪਤਾ ਉਹ ਇਹ ਹੈ ਕਿ ਉਸਨੂੰ ਮਿਲ ਗਈ ਯੀਸ਼ੂ ਵਿੱਚ ਸੱਚੀ ਆਜ਼ਾਦੀ, ਅਤੇ ਕੋਈ ਵੀ ਉਸ ਕੋਲੋਂ ਇਹ ਨਹੀਂ ਲੈ ਸਕਦਾ। ਕਿਮ ਵਾਂਗ ਹੋਰ ਵੀ ਬਹੁਤ ਸਾਰੇ ਲੋਕ ਹਨ ਜੋ ਆਜ਼ਾਦੀ ਦੀ ਮੰਗ ਕਰ ਰਹੇ ਹਨ। ਅੱਜ ਰਾਤ ਇਸ ਸੰਸਾਰ ਦੇ ਆਲੇ ਦੁਆਲੇ ਦੋਸਤ, ਕੀ ਤੁਸੀਂ ਉਹਨਾਂ ਵਿੱਚੋਂ ਇੱਕ ਹੋ? ਕੀ ਤੁਸੀਂ ਯੀਸ਼ੂ ਨੂੰ ਆਪਣਾ ਦਿਲ ਦੇਣਾ ਚਾਹੁੰਦੇ ਹੋ ਅਤੇ ਉਸ ਨੂੰ ਤੁਹਾਡਾ ਨਿੱਜੀ ਮੁਕਤੀ ਦਾਤਾ ਵਜੋਂ ਉਸ ਨੂੰ ਬਣਾਉਣਾ ਚਾਹੁੰਦੇ ਹੋ, ਆਪਣਾ ਮੁਕਤੀ ਦਾਤਾ? ਕੀ ਲਾਗਤ ਦੀ ਪਰਵਾਹ ਕੀਤੇ ਬਿਨਾਂ ਤੁਸੀਂ ਇਹ ਦਾਅਵਾ ਕਰਦੇ ਹੋ? ਕੀ ਤੁਸੀਂ ਬਪਤਿਸਮਾ ਕੀਤੇ ਜਾਣ ਬਾਰੇ ਸੋਚਦੇ ਹੋ? ਕੀ ਪਵਿੱਤਰ ਆਤਮਾ ਇਸ ਸਮੇਂ ਤੁਹਾਡੇ ਦਿਲ ਉੱਤੇ ਕੰਮ ਕਰ ਰਿਹਾ ਹੈ? ਕੀ ਤੁਹਾਡੇ ਵਿਚਾਰ ਇਸ ਵਕਤ ਭਰ ਗਏ ਹਨ? ਪਰਮੇਸ਼ਵਰ ਹਾਂ ਕਹਿੰਦਾ ਹੈ ਅਤੇ ਉਹ ਤੁਹਾਡੇ ਵੱਲੋਂ ਕੀਤੇ ਗਏ ਹਰ ਕਦਮ ਵਿੱਚ ਤੁਹਾਡੇ ਨਾਲ ਹੈ। ਕੀ ਇਹ ਕਹਿਣਾ ਤੁਹਾਡੀ ਇੱਛਾ ਹੈ? ਹਾਂ ਯੀਸ਼ੂ, ਮੈਂ ਤੁਹਾਡੇ ਲਈ ਜਨਤਕ ਤੌਰ ਤੇ ਖੜਾ ਹੋਣਾ ਚਾਹੁੰਦਾ ਹਾਂ ਜਾਂ ਚਾਹੁੰਦੀ ਹਾਂ। ਮੈਂ ਦੁਨੀਆ ਭਰ ਦੇ ਕਰੋੜਾਂ ਲੋਕਾਂ ਦਾ ਹਿੱਸਾ ਬਣਨਾ ਚਾਹੁੰਦੀ ਹਾਂ। ਕਿਸਨੇ ਆਪਣਾ ਸਟੈਂਡ ਲਿਆ ਹੈ?
ਇਹ ਸਮਾਂ ਹੈ ਕਿ ਤੁਸੀਂ ਆਪਣਾ ਫੈਸਲਾ ਕਰ ਲਵੋ ਦੋਸਤੋ। ਸ਼ਾਇਦ ਤੁਸੀਂ ਤਿਲਕ ਗਏ ਹੋ, ਪਰ ਪਰਮੇਸ਼ਰ ਤੁਹਾਨੂੰ ਵਾਪਸ ਬੁਲਾ ਰਿਹਾ ਹੈ। ਫੈਸਲਾ ਕਰਨ ਦਾ ਸਮਾਂ ਤੁਹਾਡਾ ਹੈ। ਹੁਣ ਇਹ ਕਹਿਣ ਦਾ ਇੱਕ ਸ਼ਾਨਦਾਰ ਮੌਕਾ ਹੈ, ਰੱਬ ਮੈਂ ਬਪਤਿਸਮਾ ਲੈਣਾ ਚਾਹੁੰਦਾ ਹਾਂ ਜਾਂ ਮੈਂ ਚਾਹੁੰਦੀ ਹਾਂ। ਮੈਂ ਚਾਹੁੰਦਾ ਹਾਂ ਜਾਂ ਮੈਂ ਚਾਹੁੰਦੀ ਹਾਂ ਕਿ ਮੇਰੇ ਪਾਪ ਸਾਫ਼ ਹੋ ਜਾਣ। ਮੇਰੇ ਨਾਲ ਪ੍ਰਾਰਥਨਾ ਕਰੋ। ਸਵਰਗ ਪਿਤਾ, ਅਸੀਂ ਤੁਹਾਡੇ ਸਾਹਮਣੇ ਆਉਂਦੇ ਹਾਂ ਅੱਜ ਰਾਤ ਆਤਮ ਸਮਰਪਣ ਕਰਨ ਲਈ, ਤੁਹਾਡੇ ਲਈ, ਤੁਹਾਨੂੰ ਆਪਣੇ ਰਾਸਤੇ ਤੇ ਲੈ ਕੇ ਜਾਣ ਲਈ ਇੱਕ ਘਰ ਬੰਨਿਆ ਹੋਇਆ ਹੈ। ਹੋ ਸਕਦਾ ਹੈ ਕਿ ਪਵਿੱਤਰ ਆਤਮਾ ਇਸ ਸਮੇਂ ਸਾਡੇ ਦਿਲਾਂ ਵਿੱਚ ਸ਼ਕਤੀਸ਼ਾਲੀ ਢੰਗ ਨਾਲ ਕੰਮ ਕਰ ਰਿਹਾ ਹੈ। ਜਿਵੇਂ ਅਸੀਂ ਆਪਣੇ ਜੀਵਨ ਨੂੰ ਤੁਹਾਡੇ ਨਾਲ ਮੇਲ ਜੋਲ ਦਿੰਦੇ ਹਾਂ, ਬਪਤਿਸਮੇ ਦੀਆਂ ਸਾਫ਼ ਸਫਾਈ ਦੀ ਲਹਿਰਾਂ ਰਾਹੀਂ ਅਸੀਂ ਤੁਹਾਡੇ ਪਿੱਛੇ ਚੱਲਣਾ ਚਾਹੁੰਦੇ ਹਾਂ। ਪ੍ਰਭੂ, ਤੁਸੀਂ ਉਸ ਵਿਅਕਤੀ ਨੂੰ ਜਾਣਦੇ ਹੋ ਜੋ ਇਸ ਸਮੇਂ ਸਭ ਇਕੱਲਾ ਹੈ ਅਤੇ ਸੱਚ ਦੇ ਹੱਕ ਵਿੱਚ ਖੜੇ ਹੋ ਜਾਣ ਲਈ ਸੰਘਰਸ਼ ਕਰ ਰਿਹਾ ਹੈ, ਕਿਉਂਕਿ ਉਹ ਇੱਕੋ ਇੱਕ ਹੋ ਸਕਦਾ ਹੈ ਉਹਨਾਂ ਦੇ ਪਰਿਵਾਰ ਵਿੱਚੋਂ ਜਾਂ ਭਾਈਚਾਰੇ ਵਿੱਚੋਂ ਜੋ ਤੁਹਾਨੂੰ ਜਾਣਦਾ ਹੈ। ਉਹਨਾਂ ਨੂੰ ਇਸ ਵੇਲੇ ਵਿਸ਼ੇਸ਼ ਧਿਆਨ ਦਿਓ ਪ੍ਰਭੂ। ਉਹਨਾਂ ਨੂੰ ਉਸ ਗਿਆਨ ਨਾਲ ਦਿਲਾਸਾ ਦਿਓ ਜਿਸ ਨਾਲ ਤੁਸੀਂ ਉਹਨਾਂ ਨੂੰ ਸੁਰੱਖਿਅਤ ਰੱਖੋਗੇ ਅਤੇ ਤੁਸੀਂ ਉਹਨਾਂ ਨੂੰ ਪ੍ਰਦਾਨ ਕਰੋਗੇ। ਉਹਨਾਂ ਨੂੰ ਫਰਿਸ਼ਤਿਆਂ ਦੀ ਫੌਜ ਨਾਲ ਘੇਰ ਦਿਓ। ਅਸੀਂ ਜਾਣਦੇ ਹਾਂ ਕਿ ਸਾਰਾ ਸਵਰਗ ਖੁਸ਼ ਹੈ ਉਹਨਾਂ ਲੋਕਾਂ ਦੇ ਉੱਪਰ ਜੋ ਅੱਜ ਰਾਤ ਤੁਹਾਨੂੰ ਚੁਣ ਰਹੇ ਹਨ। ਸਾਰਾ ਬ੍ਰਹਿਮੰਡ ਵਿੱਚ ਯੀਸ਼ੂ ਦਾ ਨਾਮ ਧੰਨ ਹੈ, ਉਸ ਦੇ ਪਵਿੱਤਰ ਨਾਮ ਦੇ ਵਿੱਚ ਆਮੀਨ। ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਬਣਾ ਰਹੇ ਹੋ ਅੱਜ ਰਾਤ ਇੱਕ ਸਦੀਵੀ ਫੈਸਲਾ ਲੈ ਰਹੇ ਹੋ ਆਪਣੀ ਜ਼ਿੰਦਗੀ ਦਾ। ਵਿਅਰਥ ਜਾਣ ਦਾ ਸਮਾਂ ਨਹੀਂ ਹੈ। ਅੱਜ ਮੁਕਤੀ ਦਾ ਦਿਨ ਹੈ। ਕੀ ਤੁਸੀਂ ਸਾਨੂੰ ਦੱਸਣਾ ਚਾਹੋਗੇ ਕਿ ਤੁਸੀਂ ਬਪਤਿਸਮੇ ਬਾਰੇ ਕੀ ਸੋਚ ਰਹੇ ਹੋ? ਹੁਣੇ ਲਿੰਕ ਤੇ ਕਲਿੱਕ ਕਰੋ। ਕੀ ਤੁਸੀਂ ਬਪਤਿਸਮੇ ਲੈਣ ਦਾ ਫੈਸਲਾ ਕੀਤਾ ਹੈ ਤਾਂ ਤੁਸੀਂ ਵਿੱਚ ਵਚਨਬੱਧ ਹੋ ਤਾਂ ਜਲਦੀ ਹੀ ਮੁੜ ਬਪਤਿਸਮਾ ਕੀਤਾ ਜਾ ਸਕਦਾ ਹੈ। ਆਪਣੇ ਫੈਸਲੇ ਬਾਰੇ ਸਾਡੇ ਨਾਲ ਤੁਸੀਂ ਕੰਟੈਕਟ ਕਰੋ ਬਸ ਹੇਠ ਦਿੱਤੇ ਲਿੰਕ ਦੇ ਉੱਤੇ। ਜਾਂ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੋ ਸਕਦੇ ਹਨ, ਅੱਜ ਰਾਤ ਸਾਡੇ ਬਾਈਬਲ ਤੇ ਸਿੱਖਿਆਵਾਂ ਤੋਂ ਪੁੱਛੋ। ਸਭ ਤੋਂ ਵੱਡੀ ਅਤੇ ਸਭ ਤੋਂ ਮਹੱਤਵਪੂਰਨ ਚੀਜ਼ ਜੋ ਕਿ ਬਾਈਬਲ ਦੇ ਭਵਿੱਖਬਾਣੀ ਨੂੰ ਅਨਲੌਕ ਕਰਨ ਤੋਂ ਵਾਪਰ ਸਕਦੀ ਹੈ, ਤੁਹਾਡੇ ਵਾਸਤੇ ਯੀਸ਼ੂ ਦੇ ਵਧੇਰੇ ਨੇੜ ਆਉਣ ਦੇ ਲਈ ਅਤੇ ਉਸ ਦੇ ਨਾਲ ਆਪਣਾ ਪੂਰਾ ਜੀਵਨ ਤੁਸੀਂ ਸਮਰਪਿਤ ਕਰਨ ਦੇ ਲਈ। ਰੱਬ ਤੁਹਾਨੂੰ ਆਸ਼ੀਸ਼ ਦੇਵੇ ਮੇਰੇ ਦੋਸਤੋ। ਕੱਲ ਨੂੰ ਮੈਂ ਵਾਪਸ ਇੱਥੇ ਮਿਲੂੰਗੀ ਸਾਡੀ ਅੰਤਿਮ ਅਨਲੌਕਿੰਗ ਬਾਈਬਲ ਭਵਿੱਖਬਾਣੀ ਦੀ ਪੇਸ਼ਕਾਰੀ ਦੇ ਵਿੱਚ, ਜਿਸ ਦਾ ਸਿਰਲੇਖ ਹੈ ਮਹਾਨ ਵਿਵਾਦ। ਦੋਸਤੋ, ਇਹ ਉਹੀ ਹੈ ਜਿਸਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਨਿੱਜੀ ਤੌਰ ਤੇ। ਪਰਮੇਸ਼ਵਰ ਦਾ ਰਸਤਾ ਚੁਣੋ। ਗੁੱਡ ਨਾਈਟ ਦੋਸਤੋ।